ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਅੱਗੇ ਸਿਆਸੀ ਮਾਹਰ ਡਾਕਟਰ ਕੇਹਰ ਸਿੰਘ ਜੀ ਮੌਜੂਦ ਨੇ। ਕੁਝ ਅਹਿਮ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਹਾਂਜੀ, ਸਤਿ ਸ੍ਰੀ ਅਕਾਲ ਜੀ ਸੁਖਵਿੰਦਰ ਜੀ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਜਦੋਂ ਲੋਕਤੰਤਰ ਨੂੰ ਬਚਾਉਣ ਦੀ ਗੱਲ ਹੁੰਦੀ ਹੈ, ਜਦੋਂ ਸੂਬਿਆਂ ਦੇ ਹੱਕ ਦੀ ਗੱਲ ਹੁੰਦੀ ਹੈ, ਜਾਂ ਕੇਂਦਰ ਵੱਲੋਂ ਸੂਬਿਆਂ ਦੇ ਹੱਕ ਮਾਰਨ ਦੀ ਗੱਲ ਹੁੰਦੀ ਹੈ, ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਿਛਲੇ ਕਈ ਦਿਨਾਂ ਤੋਂ ਦੌਰੇ ਉੱਤੇ ਨਜ਼ਰ ਆਉਂਦੇ ਨੇ। ਹਰੇਕ ਸੂਬੇ ਦੇ ਵਿੱਚ ਜਾ ਕੇ ਉਹ ਮਦਦ ਦੀ ਗੁਹਾਰ ਲਾ ਰਹੇ ਨੇ ਕਿ ਰਾਜ ਸਭਾ 'ਚ ਆਰਡੀਨੈਂਸ ਲਿਆਉਣਾ, ਜਾਂ 11 ਜੂਨ ਨੂੰ ਜਿਹੜਾ ਇਹਨਾਂ ਨੇ ਇਕੱਠ ਕਰਨਾ ਆ ਕੇਂਦਰ ਦੇ ਉਸ ਮਤੇ ਦੇ ਖਿਲਾਫ, ਜਿਹਦੇ ਵਿੱਚ ਦਿੱਲੀ ਦੇ ਸਰਕਾਰ ਦੇ ਮਾਰਿਆ ਗਿਆ। LG ਨੂੰ ਅਧਿਕਾਰ ਦੇ ਦਿੱਤੇ ਗਏ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਨੂੰ ਉਲੰਘ ਕੇ, ਜਾਂ ਉਹ ਕਹਿੰਦੇ ਵੀ ਆਰਡੀਨੈਂਸ ਲਿਆ ਕੇ ਇਸ ਤਰੀਕੇ ਨਾਲ ਕੀਤਾ ਗਿਆ ਜੋ ਵੀ ਆ। ਅੱਜ ਉਹ ਉੱਤਰਾਖੰਡ ਦੇ ਵਿੱਚ ਮਾਫ ਕਰਨਾ ਝਾਰਖੰਡ ਦੇ ਵਿੱਚ ਝਾਰਖੰਡ ਮੁਕਤੀ ਮੋਰਚਾ ਦੇ ਜਿਹੜੇ ਮੁੱਖ ਮੰਤਰੀ ਨੇ ਉੱਥੋਂ ਦੀ ਪਾਰਟੀ ਦੇ, ਹੇਮੰਤ ਸੋਰੇਨ ਦੇ ਨਾਲ ਮੁਲਾਕਾਤ ਕਰਨ ਪਹੁੰਚੇ। ਉੱਥੇ ਵੀ ਗੱਲ ਇਹੀ ਹੋਈ। ਮੁੱਖ ਮੰਤਰੀ ਭਗਵੰਤ ਮਾਨ ਨੇ ਬੜੇ ਦਾਅਵੇ ਨਾਲ ਇਹ ਗੱਲ ਕੀਤੀ ਕਿ ਲੋਕਤੰਤਰ ਦੀ ਲੜਾਈ ਹੈ। ਜੇ ਇੱਕ ਪਾਸੇ ਭਲਵਾਨ ਕਹਿੰਦੇ ਜਿਹੜੇ ਆਪਣੇ ਮੈਡਲ ਨੇ ਉਹ ਗੰਗਾ ਵਿੱਚ ਰੋੜਨ ਤੁਰ ਪਏ, ਤੇ ਕੱਲ ਨੂੰ ਸਾਨੂੰ ਜਿਹੜੀਆਂ ਲੋਕਤੰਤਰ ਦੀਆਂ ਜਾਂ ਸੰਵਿਧਾਨ ਦੀਆਂ ਅਸਤੀਆਂ ਲੈ ਕੇ ਉਹ ਵੀ ਸਾਨੂੰ ਇਸ ਤਰ੍ਹਾਂ ਗੰਗਾ ਦੇ ਵਿੱਚ ਰੋੜਨੀਆਂ ਨਾ ਪੈਣ, ਜਿਸ ਤਰੀਕੇ ਦੇ ਨਾਲ ਮੁਲਕ ਦੀ ਸਿਆਸਤ ਦੇ ਵਿੱਚ ਹੋ ਰਿਹਾ। ਪਰ ਮੇਰੇ ਨਾਲੋਂ ਨਾਲ ਮੇਰਾ ਇਹ ਵੀ ਸਵਾਲ ਹੈ ਕਿ ਜਦੋਂ ਅਸੀਂ ਲੋਕਤੰਤਰ ਨੂੰ ਬਚਾਉਣ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਸਾਰੀਆਂ ਪਾਰਟੀਆਂ ਤੇ ਨਜ਼ਰ ਮਾਰਦੇ ਹਾਂ, ਭਾਵੇਂ ਉਹ ਬੀਜੇਪੀ ਹੈ ਤੇ ਭਾਵੇਂ ਉਹ ਸੂਬਿਆਂ ਦੇ ਵਿੱਚ ਬੈਠੀਆਂ ਪਾਰਟੀਆਂ ਨੇ, ਕੀ ਉਹਨਾਂ ਦੇ ਵਿੱਚ ਵਾਕਈ ਸੂਬਿਆਂ ਦੀ ਖੁਦਮੁਖਤਿਆਰੀ ਨੂੰ ਲੈ ਕੇ, ਜਾਂ ਆਮ ਆਦਮੀ ਪਾਰਟੀ ਪੰਜਾਬ ਦੀ ਸਥਿਤੀ, ਜਦੋਂ ਅਸੀਂ ਦੋਨਾਂ ਸਰਕਾਰਾਂ ਦੀ ਸਥਿਤੀ ਦੇਖਦੇ ਆ, ਤਾਂ ਉੱਪਰ ਤੋਂ ਆਉਂਦੇ ਫੈਸਲੇ ਜਿਹੜੇ ਨੇ ਉਹ ਦਿੱਲੀ ਤੋਂ, ਜਾਂ ਫਿਰ ਉਹਨਾਂ ਦੀ ਲੀਡਰਸ਼ਿਪ ਦੀ ਪੰਜਾਬ ਦੇ ਵਿੱਚ ਦਖਲਅੰਦਾਜ਼ੀ ਦੀ ਗੱਲ ਹੁੰਦੀ ਹੈ, ਰਾਘਵ ਚੱਡਾ ਹੋਰਾਂ ਦੀ ਗੱਲ ਹੁੰਦੀ ਹੈ, ਕਿ ਉਹਦੇ ਵਿੱਚ ਲੋਕਤੰਤਰ ਜਾਂ ਸੰਵਿਧਾਨ ਜਾਂ ਫਿਰ ਇਹ ਗੱਲਾਂ ਜਿਹੜੀਆਂ ਨੇ ਉਹ ਮਾਇਨੇ ਰੱਖਦੀਆਂ ਨਜ਼ਰ ਆਉਂਦੀਆਂ ਨੇ ਉਸ ਸਭ ਦੇ ਵਿੱਚ? ਸੁਖਵਿੰਦਰ ਜੀ, ਤੁਸੀਂ ਆਪਣੀ ਭੂਮਿਕਾ 'ਚ ਨਾ ਬੜੇ ਹੀ ਸਵਾਲ ਇਹਦੇ ਵਿੱਚ ਆ ਗਏ ਹੋਏ ਹੈ। ਹਾਂਜੀ। ਤੇ ਉਹ ਮੈਨੂੰ ਲੱਗਦਾ ਕਿ ਮੈਂ ਦੀ ਕੋਸ਼ਿਸ਼ ਕਰਦਾ ਵੀ ਭਲਾ ਪਹਿਲਾ ਪ੍ਰਸ਼ਨ ਤੁਹਾਡਾ ਸਭ ਤੋਂ ਵੱਡਾ ਜਿਹੜਾ ਮੈਨੂੰ ਲੱਗਿਆ ਉਹ ਇਹ ਹੈ ਕਿ ਜਿਹੜੀ ਇਹ ਆਰਡੀਨੈਂਸ ਆਇਆ ਤੇ ਉਹਦੇ ਖਿਲਾਫ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਇਹ ਲੋਕਤੰਤਰ ਤੇ ਬਹੁਤ ਵੱਡਾ ਅਟੈਕ ਹੈ ਤੇ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਮੈਂ ਸਿਧਾਂਤਕ ਤੌਰ ਤੇ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਨੂੰ ਠੀਕ ਸਮਝਦਾ, ਔਰ ਮੈਂ ਸਮਝਦਾ ਹਾਂ ਕਿ ਜਿਸ ਢੰਗ ਨਾਲ ਆਰਡੀਨੈਂਸ ਲਿਆਂਦਾ ਗਿਆ ਉਹ ਸੁਪਰੀਮ ਕੋਰਟ ਦੇ ਫੈਸਲੇ ਦੀ ਰੂਹ ਦੇ ਉਲਟ ਹੈ। ਦੇਖੋ, ਤੁਸੀਂ ਸੁਪਰੀਮ ਕੋਰਟ ਨੇ ਜੱਜਮੈਂਟ ਇਹ ਦਿੱਤੀ ਸੀ ਕਿ ਜਿਹੜੇ ਸੰਵਿਧਾਨ ਦੇ ਮੁਤਾਬਕ ਜਿਸ ਵੀ ਖਿੱਤੇ ਨੂੰ, ਯਾਨੀ ਕਿ ਭਾਵੇਂ ਉਹ ਯੂਨੀਅਨ ਟੈਰੀਟਰੀ ਹੋਵੇ ਤੇ ਭਾਵੇਂ ਸਟੇਟ ਹੋਵੇ, ਜਿਨ੍ਹਾਂ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਲੈਜਿਸਲੇਟ ਕਰਨ ਦੀ ਅਧਿਕਾਰ ਹੈਗਾ, ਕਾਨੂੰਨ ਸਾਜ਼ੀ ਦਾ ਅਧਿਕਾਰ ਹੈ, ਉਹਨਾਂ ਮਾਮਲਿਆਂ ਦੇ ਵਿੱਚ ਉਹਨਾਂ ਕੋਲ ਕਾਰਜਕਾਰੀ ਸ਼ਕਤੀ ਵੀ ਹੋਣੀ ਚਾਹੀਦੀ ਹੈ। ਸੋ ਉਹ ਡਿਵੀਜ਼ਨ ਕੀਤੀ ਹੋਈ ਹੈ, ਉਹ ਦਿੱਲੀ ਦੀ ਵੀ ਹੈਗੀ ਹੈ ਔਰ ਸੂਬਿਆਂ ਦੀ ਵੀ ਹੈਗੀ ਹੈ। ਹੁਣ ਜਦੋਂ ਆਰਡੀਨੈਂਸ ਕੀਤਾ ਗਿਆ ਹੈ ਉਹ ਇਸ ਰੂਹ ਦੇ ਫੈਸਲੇ ਦੇ ਖਿਲਾਫ ਹੈ ਤੇ ਉਹ LG ਨੂੰ ਵਧੇਰੇ ਤਾਕਤਾਂ ਦੇਣ ਦੀ ਗੱਲ ਕੀਤੀ ਗਈ ਹੋਈ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਆਰਡੀਨੈਂਸ ਜਾਰੀ ਕਰਨ ਦਾ ਅਧਿਕਾਰ ਕੇਂਦਰ ਕੋਲ ਹੈ, ਪਰ ਜਿਹੜੀ ਆਰਡੀਨੈਂਸ ਦੀਆਂ ਧਾਰਾਵਾਂ ਹਨ ਔਰ ਜੋ ਉਹ ਮਕਸਦ ਉਹਦੇ ਰਾਹੀਂ ਉਹ ਪੂਰਾ ਕਰਨਾ ਚਾਹੁੰਦੇ ਨੇ, ਉਹ ਸੁਪਰੀਮ ਕੋਰਟ ਦੀ ਜੱਜਮੈਂਟ ਦੀ ਰੂਹ ਦੇ ਖਿਲਾਫ ਹੈ। ਔਰ ਮੇਰੀ ਜਿੰਨੀ ਕੁ ਸਮਝ ਮੈਨੂੰ ਕਾਨੂੰਨ ਦੀ ਹੈਗੀ ਔਰ ਸੰਵਿਧਾਨ ਦੀ ਹੈ, ਮੇਰੇ ਮੁਤਾਬਕ ਉਹ ਸੁਪਰੀਮ ਕੋਰਟ ਦੀ ਵਿੱਚ ਟਿਕੇਗਾ ਨਹੀਂ। ਮੈਨੂੰ ਲੱਗਦਾ ਹੈ ਕਿ ਆਰਡੀਨੈਂਸ ਜਿਹੜਾ ਹੈ ਤਕਨੀਕੀ ਤੌਰ ਤੇ ਉਹ ਭਾਵੇਂ ਆਰਡੀਨੈਂਸ ਕਰਨ ਦੀ ਤਾਕਤ ਉਹ ਕਹਿਣ ਵੀ ਠੀਕ ਕਰ ਸਕਦਾ ਹੈ, ਪਰ ਜਿੱਥੋਂ ਤੱਕ ਉਹ ਤਾਕਤਾਂ ਦੀ ਡਿਵੀਜ਼ਨ ਦੀ ਗੱਲ ਹੈਗੀ ਹੈ ਉਹ ਸੁਪਰੀਮ ਕੋਰਟ ਸ਼ਾਇਦ ਨਾ ਪ੍ਰਵਾਨ ਕਰੇ। ਮੈਨੂੰ ਇਸ ਤਰ੍ਹਾਂ ਦੀ ਸਮਝ ਆਈ ਹੈ।
ਜੀ ਔਰ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸਿਆਸਤ ਵੀ ਇਹਦੇ ਵਿੱਚ ਕਰ ਰਹੀ ਹੋਈ ਹੈ ਔਰ ਸਿਧਾਂਤ ਨੂੰ ਵੀ ਅਪਹੋਲਡ ਕਰਨ ਦਾ ਯਤਨ ਕਰ ਰਹੀ ਹੈ। ਜਿੱਥੋਂ ਤੱਕ ਇਹ ਲੋਕਤੰਤਰੀ ਸਿਧਾਂਤ ਹੈ, ਮੈਂ ਬਿਲਕੁਲ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਨੂੰ ਠੀਕ ਸਮਝਦਾ ਹਾਂ, ਪਰ ਜੋ ਸਿਆਸਤ ਹੋ ਰਹੀ ਹੈ ਉਹ ਆਪਾਂ ਨੂੰ ਪਤਾ ਹੈ ਕਿ ਉਹ ਹੋਰ ਤਰ੍ਹਾਂ ਦੀ ਸਿਆਸਤ ਹੈਗੀ ਹੈ। ਉਹਦੇ ਵਿੱਚ ਸਾਰੀਆਂ ਉਹ ਧਿਰਾਂ ਜਿਹੜੀਆਂ ਮੋਦੀ ਸਰਕਾਰ ਦੇ ਉਲਟ ਹਨ, ਉਹ ਸਾਰੇ ਉਹਨਾਂ ਦੇ ਨਾਲ ਖੜਨਗੇ। ਉਹ ਇਸ ਕਰਕੇ ਨਹੀਂ ਕਿ ਉਹ ਲੋਕਤੰਤਰੀ ਕੋਈ ਉਹਦੇ ਵਿੱਚ ਪ੍ਰਿੰਸੀਪਲ ਇਨਵੋਲਡ ਹੈ, ਉਹਨਾਂ ਦੀਆਂ ਆਪਣੀ ਗਰਜ਼ ਹੈ। ਯਾਨੀ ਕਿ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਮੋਦੀ ਦੀ ਵਿਰੋਧਤਾ ਕਰਨੀ ਹੈ ਔਰ ਆਪਣੀ ਰਾਜਨੀਤਿਕ ਧਰਾਤਲ ਤਲਾਸ਼ਣਾ ਹੈ। ਉਹ ਰਾਜਨੀਤਿਕ ਧਰਾਤਲ ਤਲਾਸ਼ਣ ਵਾਸਤੇ, ਆਪਣੇ ਆਪ ਨੂੰ ਮਜ਼ਬੂਤ ਕਰਨ ਵਾਸਤੇ, ਇਕਜੁੱਟ ਹੋਣ ਵਾਸਤੇ ਇਹ ਉਹਨਾਂ ਨੂੰ ਇੱਕ ਮੌਕਾ ਜ਼ਰੂਰ ਹੈ। ਸੋ ਆਪਾਂ ਨੂੰ ਇਹ ਦੋ ਪੱਖਾਂ ਤੋਂ ਦੇਖਣ ਦੀ ਲੋੜ ਹੈ ਜਿੱਥੋਂ ਤੱਕ ਇਹ ਆਰਡੀਨੈਂਸ ਦੀ ਗੱਲ ਹੈ। ਇੱਕ ਤੇ ਹੈਗਾ ਕਿ ਉਹ ਜਿਸ ਤਰ੍ਹਾਂ ਦੀ ਤਾਕਤਾਂ ਦੀ ਵੰਡ ਹੈ ਉਹ ਸੁਪਰੀਮ ਕੋਰਟ ਦੀ ਫੈਸਲੇ ਦੀ ਰੂਹ ਦੇ ਉਲਟ ਹੈ। ਜਿਹੜੀ ਸਿਆਸਤ ਹੋ ਰਹੀ ਹੈ ਉਹ ਆਮ ਆਦਮੀ ਪਾਰਟੀ ਆਪਣੇ ਢੰਗ ਨਾਲ ਕਰ ਰਹੀ ਹੈ ਔਰ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਉਹਦੀ ਸਹਾਇਤਾ ਕਰ ਰਹੀਆਂ। ਤੁਸੀਂ ਦੇਖੋ ਅੱਜ ਤੱਕ ਕਿਸੇ ਉਸ ਪਾਰਟੀ ਨੇ ਜਿਹੜੀ NDA ਦੇ ਨਾਲ ਹੋਵੇ ਜਾਂ ਸਿੰਪਥੀ ਵੀ ਰੱਖਦੀ ਹੋਵੇ, ਉਹ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਦੀ ਉਹਨਾਂ ਨੇ ਗੱਲ ਨਹੀਂ ਕੀਤੀ। ਇੱਥੋਂ ਤੱਕ ਵੀ ਕਿ ਈਵਨ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਉਹਨਾਂ ਦੀ ਅਦਾਵਤ, ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਚੱਲ ਰਹੀ ਹੋਵੇ ਪੰਜਾਬ ਦੀ ਲੀਡਰਸ਼ਿਪ, ਤੇ ਉੱਥੇ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ ਅਜੇ ਤੱਕ ਉਹ ਨਿਰਣਾ ਕਰ ਨਹੀਂ ਸਕੀ ਕਿ ਕੀ ਅਸੀਂ ਆਮ ਆਦਮੀ ਪਾਰਟੀ ਨੂੰ ਇਸ ਮਸਲੇ ਤੇ ਸਪੋਰਟ ਕਰਨੀ ਹੈ ਕਿ ਨਹੀਂ ਕਰਨੀ। ਹਾਲਾਂਕਿ ਮੈਂ ਨਿੱਜੀ ਤੌਰ ਤੇ ਸਮਝਦਾ ਕਿ ਕਾਂਗਰਸ ਪਾਰਟੀ ਨੂੰ ਇਹ ਆਮ ਆਦਮੀ ਪਾਰਟੀ ਦਾ ਸਵਾਲ ਇਹ ਨਹੀਂ ਹੈ, ਇਹ ਸਵਾਲ ਹੈਗਾ ਸਿਧਾਂਤ ਦਾ। ਔਰ ਸਿਧਾਂਤ ਨੂੰ ਲੈ ਕੇ ਆਧਾਰ ਮੰਨਦੇ ਹੋਏ ਉਹਨਾਂ ਨੂੰ ਇਸ ਆਰਡੀਨੈਂਸ ਦੀ ਵਿਰੋਧਤਾ ਕਰਨੀ ਚਾਹੀਦੀ ਹੈ। ਭਾਵੇਂ ਉਹ ਆਮ ਆਦਮੀ ਪਾਰਟੀ ਦੇ ਨਾਲ ਨਾ ਖੜਨ, ਪਰ ਜਦੋਂ VOTING ਹੋਏ ਤੇ ਉਹਨਾਂ ਨੂੰ ਵਿਰੋਧਤਾ ਪਾਰਲੀਮੈਂਟ ਦੇ ਵਿੱਚ ਕਰਨੀ ਚਾਹੀਦੀ ਹੈ, ਕਿਉਂਕਿ ਉਹਦੇ 'ਚ ਵੱਡਾ ਸਿਧਾਂਤ ਇਨਵੋਲਡ ਹੈ ਜਿੰਨੀ ਕੁ ਮੈਨੂੰ ਸਮਝ ਹੈ। ਪਰ ਫਿਰ ਦੇਖੋ ਸੁਖਵਿੰਦਰ ਜੀ, ਇਹ ਸਭ ਕਾਸੇ ਦੇ ਬਾਵਜੂਦ ਈਵਨ ਕਾਂਗਰਸ ਵਾਲੇ ਵੀ ਉਹਨਾਂ ਦੇ ਨਾਲ ਖੜ ਜਾਣ, ਫਿਰ ਵੀ ਮੈਨੂੰ ਲੱਗਦਾ ਕਿ ਛੋਟ-ਪੁੱਟ ਪਾਰਟੀਆਂ ਦੇ ਨਾਲ ਰਲ ਕੇ ਇਹ ਰਾਜ ਸਭਾ ਦੇ ਵਿੱਚ ਉਹ ਰੋਕ ਨਹੀਂ ਪਾਉਣਗੇ, ਕਿਉਂਕਿ ਉਹ ਆਪਾਂ ਨੂੰ ਪਤਾ ਹੈ ਕਿ ਅਰਿਥਮੈਟਿਕ ਸਿੱਧਾ ਗਿਣਤੀ ਦੀ ਗੱਲ ਹੈ। ਮੈਨੂੰ ਲੱਗਦਾ ਹੈ ਕਿ ਕੇਂਦਰ ਦੀ ਸਰਕਾਰ ਉਹ ਮੈਨੇਜ ਕਰ ਲਏਗੀ ਮੈਜੋਰਿਟੀ ਰਾਜ ਸਭਾ ਦੇ ਵਿੱਚ ਵੀ। ਸੋ ਇਸ ਤਰ੍ਹਾਂ ਦੇ ਨੇ ਕੁਝ ਜਿਹੜੀਆਂ ਪਰਤਾਂ ਨੇ ਇਸ ਜਿਹੜੇ ਤੁਹਾਡੇ ਪ੍ਰਸ਼ਨ ਦੀਆਂ, ਉਹ ਇਸ ਤਰ੍ਹਾਂ ਆਪਾਂ ਇਹਨੂੰ ਅਨਫੋਲਡ ਕਰ ਸਕਦੇ ਹਾਂ, ਡੀਕੋਡ ਕਰ ਸਕਦੇ ਹਾਂ। ਜੀ ਸੁਖਵਿੰਦਰ ਜੀ। ਜੀ ਮੈਂ ਜਿਵੇਂ ਸਵਾਲ ਖੜਾ ਕੀਤਾ ਸੀਗਾ ਕਿ ਜਦੋਂ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਆਉਂਦੀ ਹੈ ਤਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਉਹਦੀ ਦਖਲਅੰਦਾਜ਼ੀ ਤੇ ਹਮੇਸ਼ਾ ਸਵਾਲ ਉੱਠਦੇ ਨੇ ਕਿ ਪੰਜਾਬ ਦੇ ਵਿੱਚ ਦਖਲਅੰਦਾਜ਼ੀ ਕੀ ਇਹ ਸੂਬੇ ਦੇ ਅਧਿਕਾਰਾਂ ਦੇ ਉੱਤੇ ਦੇ ਮੁੱਖ ਮੰਤਰੀ ਨੀਵਾਂ ਦਿਖਾਉਣਾ, ਜਾਂ ਫਿਰ ਇਹ ਸਾਰਾ ਕੁਝ ਪਾਰਟੀ ਵੱਲੋਂ ਜੋ ਕੁਝ ਲੋਕਾਂ ਦੇ ਸਾਹਮਣੇ ਕੀਤਾ ਜਾਂਦਾ, ਜੋ ਕੁਝ ਪੰਜਾਬ ਦੇ ਵਿੱਚ ਹੋ ਰਿਹਾ, ਰਾਘਵ ਚੱਡਾ ਹੋਰਾਂ ਦਾ ਹਰਕਤ ਦੇ ਵਿੱਚ ਰਹਿਣਾ, ਉਹ ਬਹੁਤ ਸਾਰੇ ਸਵਾਲ ਖੜੇ ਕਰਦਾ ਕਿ ਕੀ ਤੁਸੀਂ ਵਾਕਈ ਤਨੋ ਮਨੋ ਲੋਕਤਾਂਤਰਿਕ ਤਰੀਕੇ ਦੇ ਨਾਲ ਚੱਲਣ ਦੀ ਗੱਲ ਕਰਦੇ ਹੋ, ਕਿ ਤੁਸੀਂ ਵਾਕਈ ਤਨੋ ਮਨੋ ਫੈਡਰਲ ਢਾਂਚੇ ਦੀ ਗੱਲ ਦੇ ਉੱਤੇ ਪਹਿਰਾ ਦਿੰਦੇ ਹੋ? ਤੁਸੀਂ ਜਿਹੜਾ ਇਹ ਪ੍ਰਸ਼ਨ ਦੂਸਰਾ ਹੁਣ ਹੋ ਗਿਆ, ਉਹ ਹੈਗਾ ਕਿ ਕੀ ਭਲਾ ਜਿਸ ਢੰਗ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਚੱਲ ਰਹੀ ਹੋਈ ਹੈ, ਉਹਨੂੰ ਭਲਾ ਜੋ ਸਾਡੇ ਇੱਥੋਂ ਦੇ ਸੂਬਾਈ ਮੁੱਦੇ ਨੇ, ਉਹਨਾਂ ਸੂਬਾਈ ਮੁੱਦਿਆਂ ਨਾਲ ਵਚਨਬੱਧਤਾ ਉਹ ਸੁਤੰਤਰ ਰੂਪ ਵਿੱਚ ਦਿਖਾ ਰਹੀ ਹੈ ਕਿ ਨਹੀਂ। ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਕਿ ਜਿੰਨੀ ਸ਼ਿੱਦਤ ਨਾਲ ਉਹਨਾਂ ਨੂੰ ਇਹ ਚਾਹੀਦਾ ਸੀ ਭਗਵੰਤ ਮਾਨ ਦੀ ਸਰਕਾਰ ਨੂੰ, ਉਸ ਸ਼ਿੱਦਤ ਨਾਲ ਪੰਜਾਬ ਦੇ ਮਸਲਿਆਂ ਨੂੰ ਉਹ ਨਹੀਂ ਲੈ ਰਹੇ। ਉਹਨਾਂ ਇਉਂ ਲੱਗਦਾ ਹੈ ਕਿ ਜਿਹੜਾ ਉਹਨਾਂ ਦਾ ਸਾਰਾ ਹੀ ਪ੍ਰਚਲਨ ਹੈ ਨਾ, ਆਪਾਂ ਦੇਖ ਰਹੇ ਕੰਡਕਟ ਜਿਹੜਾ ਓਵਰਆਲ, ਉਸ ਪ੍ਰਭਾਵ ਇਹ ਦਿੰਦਾ ਸੁਖਵਿੰਦਰ ਜੀ ਕਿ ਜਿਵੇਂ ਉਹ ਦੁਜੈਲਾ ਰੋਲ ਹੋਵੇ, ਯਾਨੀ ਕਿ ਸੈਕੰਡਰੀ ਰੋਲ ਹੈ ਉਹਨਾਂ ਦਾ, ਤੇ ਯਾਨੀ ਕਿ ਡਿਸੀਜਨ ਮੇਕਿੰਗ ਉਹ ਦਿੱਲੀ ਤੋਂ ਹੁੰਦੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੱਡੇ ਮਸਲੇ ਚਾਹੇ ਨਿਯੁਕਤੀਆਂ ਦੇ ਹੋਣ, ਚਾਹੇ ਟਰਾਂਸਫਰ ਦੇ ਹੋਣ ਵੱਡੇ ਅਫਸਰਾਂ ਦੀਆਂ,
ਤੇ ਚਾਹੇ ਹੋਰ ਹੋਣ, ਉਹਨਾਂ ਦੇ ਵਿੱਚ ਚਾਹੇ ਮੰਤਰੀਆਂ ਦੀ ਸਿਲੈਕਸ਼ਨ ਹੋਵੇ, ਮੰਤਰੀਆਂ ਦੇ ਖਿਲਾਫ ਕੋਈ ਐਕਸ਼ਨ ਲੈਣਾ ਜਾਂ ਨਹੀਂ ਲੈਣਾ, ਉਹ ਸਾਰੇ ਫੈਸਲੇ ਕੇਂਦਰ ਤੋਂ ਹੁੰਦੇ। ਇਹ ਆਪਾਂ ਨੂੰ ਇਹ ਇਟਸ ਅ ਪਬਲਿਕ ਨੌਲੇਜ, ਯਾਨੀ ਕਿ ਇਹਦੇ 'ਚ ਕੋਈ ਲੁਕੀ ਛੁਪੀ ਗੱਲ ਨਹੀਂ ਹੈ। ਔਰ ਜਿਸ ਢੰਗ ਨਾਲ ਭਗਵੰਤ ਮਾਨ ਜੀ ਉਹ ਕੇਂਦਰ ਦਾ ਮੁੱਦਾ, ਕੇਜਰੀਵਾਲ ਜਿਸ ਢੰਗ ਨਾਲ ਉਹ ਆਪਣਾ ਹੈਲੀਕਾਪਟਰ ਲੈ ਕੇ ਜਾਂ ਜਹਾਜ਼ ਲੈ ਕੇ ਵੱਖ-ਵੱਖ ਸੂਬਿਆਂ ਵਿੱਚ ਫਿਰ ਰਹੇ ਹੋਏ ਆ, ਉਹ ਲੱਗਦਾ ਤੇ ਇਹ ਹੈ ਕਿ ਪੰਜਾਬ ਦੇ ਜਿਹੜੇ ਸੋਮੇ ਨੇ ਜਾਂ ਸਾਰੇ ਸਾਧਨ ਨੇ, ਉਹ ਕੇਂਦਰ ਆਪਣੀ ਮਰਜ਼ੀ ਨਾਲ ਉਹਦੀ ਵਰਤੋਂ ਕਰ ਰਿਹਾ ਹੋਇਆ ਹੈ। ਤੇ ਪੰਜਾਬ ਦੀ ਕੋਈ ਜਿਸ ਨੂੰ ਆਪਾਂ ਕਹੀਏ ਕਿ ਹਿੱਤਾਂ ਦੀ ਪ੍ਰੋਜੈਕਸ਼ਨ ਜੇ ਕਰਨੀ ਹੋਵੇ, ਤੇ ਉਹਦੇ ਮਾਮਲੇ ਵਿੱਚ ਮੈਨੂੰ ਲੱਗਦਾ ਹੈ ਕਿ ਜਿਹਨੂੰ ਕਹੀਏ ਨਾ ਠੁੱਕ ਜੀ ਨਹੀਂ ਬਣੀ, ਸੁਖਵਿੰਦਰ ਜੀ, ਹੁੰਦਾ ਨਾ ਕਿ ਇੱਕ ਬਣਦਾ ਹੈ ਕਿ ਥਰਸਟ ਜਿਹਾ ਬਣ ਜਾਏ ਕਿ ਤੁਸੀਂ ਕਾਰਜ ਕਰ ਰਹੇ ਹੋ ਤੇ ਪ੍ਰਭਾਵ ਛੱਡ ਰਹੇ ਹੋ। ਅਜਿਹਾ ਪ੍ਰਭਾਵ ਨਹੀਂ ਹੈ ਸੁਖਵਿੰਦਰ ਜੀ ਜਿਹੜਾ ਇਹ ਸਾਨੂੰ ਸੂਚਨਾ ਦਿੰਦਾ ਹੋਵੇ ਕਿ ਭਗਵੰਤ ਮਾਨ ਹੋਣੀ ਸੂਬਾਈ ਲੋੜਾਂ ਜਿਹੜੀਆਂ ਸਾਡੀਆਂ ਨੇ, ਸੂਬਾਈ ਮੰਗਾਂ ਜਿਹੜੀਆਂ ਨੇ, ਉਹਨਾਂ ਦੇ ਉੱਪਰ ਬਿਲਕੁਲ ਪਹਿਰਾ ਦੇਣਗੇ। ਉਹਨਾਂ ਦੇ ਬਿਆਨ ਇੱਕਾ ਦੁੱਕਾ ਕਦੇ ਆਪਾਂ ਨੂੰ ਪਤਾ ਆ ਜਾਂਦੇ ਨੇ, ਚਾਹੇ ਪਾਣੀਆਂ ਦਾ ਜਾਂ ਹੋਰ ਹੈ, ਪਰ ਉਹ ਬਿਆਨ ਵੀ ਐਉਂ ਸਿਰਫ ਅਖਬਾਰੀ ਜਿਹੇ ਬਿਆਨ ਲੱਗਦੇ ਨੇ। ਯਾਨੀ ਕਿ ਹੁਣ ਤੁਸੀਂ ਦੇਖੋ, ਆਪਾਂ ਜਿਵੇਂ ਹੁਣ ਯੂਨੀਵਰਸਿਟੀ ਦਾ ਮਸਲਾ ਹੀ ਹੈ, ਕੱਲ ਵੀ ਆਪਾਂ ਡਿਸਕਸ ਕਰ ਰਹੇ ਸੀਗੇ ਕਿ ਉਹ ਯੂਨੀਵਰਸਿਟੀ ਦੇ ਮਸਲੇ ਤੇ ਵੀ ਉਹ ਬਹੁਤ ਸਪਸ਼ਟ ਨਹੀਂ ਹੈਗੇ ਕਿ ਪੰਜਾਬ ਯੂਨੀਵਰਸਿਟੀ ਨਾਲ ਕਾਲਜ ਐਫੀਲੀਏਟ ਕਰਨੇ ਨੇ ਜਾਂ ਨਹੀਂ ਕਰਨੇ, ਤੇ ਭਲਾ ਇੱਥੇ ਜੀ ਉਹਨਾਂ ਦੀ ਅਸੈਂਬਲੀ ਬਣਨੀ ਹੈ, ਹਰਿਆਣਾ ਵਾਲੀ ਥਾਂ ਦੇਣੀ ਕਿ ਨਹੀਂ ਦੇਣੀ, ਜੇ ਦੇਣੀ ਤੇ ਸਾਨੂੰ ਵੀ ਦੇ ਦਿਓ। ਮਤਲਬ ਉਹ ਇੱਕ ਗੰਧਲ ਚਾਹੁੰਦੇ ਜੀ, ਜਿਹੜੀ ਗੱਲ ਹੈ ਨਾ, ਸਪਸ਼ਟਤਾ ਨਹੀਂ ਨਜ਼ਰ ਆਉਂਦੀ ਇਸ ਮਸਲੇ 'ਚ। ਸੋ ਇਸ ਕਰਕੇ ਜਿੱਥੋਂ ਤੱਕ ਤੇ ਹੈਗੀ ਹੈ ਪੰਜਾਬ ਦੀ ਖੁਦ ਮੁਖਤਿਆਰੀ ਦੀ ਗੱਲ ਜਾਂ ਆਪਣੇ ਢੰਗ ਨਾਲ ਸਰਕਾਰ ਚੱਲਣ ਦੀ, ਉਹ ਤੇ ਬਦਕਿਸਮਤੀ ਹੈ ਸਾਡੀ ਕਿ ਆਪਾਂ ਨੂੰ ਪਤਾ ਹੈ ਕਿ ਹਾਈ ਕਮਾਂਡਸ ਹਮੇਸ਼ਾ ਇੰਟਰਫੀਅਰ ਕਰਦੀਆਂ ਹੁੰਦੀਆਂ ਨੇ, ਪਰ ਜਿਸ ਹੱਦ ਤੱਕ ਹਾਈ ਕਮਾਂਡ ਇੱਥੇ ਇੰਟਰਫੀਅਰ ਕਰ ਰਹੀ ਹੈ, ਰਾਦਰ ਇਹ ਮੈਨੂੰ ਲੱਗਦਾ ਇੰਟਰਫੀਅਰ ਨਾ ਕਹੋ, ਇੰਜ ਲੱਗਦਾ ਹੈ ਕਿ ਉਹ ਤੇ ਚਾਲਕ ਸੀਟ ਤੇ ਬੈਠੀ ਹੋਈ ਹੈ ਹਾਈ ਕਮਾਂਡ। ਇਹ ਤੇ ਸਿਰਫ ਜਿਹਨੂੰ ਕਹੀਏ ਕਿ ਡਰਾਈਵਰੀ ਕਰ ਰਹੇ ਨੇ, ਮਤਲਬ ਦੱਸ ਰਹੇ ਨੇ ਡਾਇਰੈਕਸ਼ਨ, ਗੂਗਲ ਮੈਪ ਜਿਹੜਾ ਜਿਹਨੂੰ ਕਹਿੰਦੇ ਹੁੰਦੇ ਆ, ਉਹ ਦੇ ਰਹੇ ਹੋਏ ਆ ਵੀ ਇੱਧਰ ਚੱਲ, ਇੱਧਰ ਚੱਲ, ਇੱਧਰ। ਉਹ ਗੂਗਲ ਮੈਪ ਤੇ ਉਹ ਨੇ, ਉਹ ਸਾਰਾ ਦਿੱਤਾ ਹੋਇਆ, ਤੇ ਇਹ ਤੇ ਵਿਚਾਰੇ ਡਰਾਈਵਰੀ ਕਰ ਰਹੇ ਨੇ। ਮੈਨੂੰ ਲੱਗਦਾ ਜੇ ਆਪਾਂ ਐਨਾਲੋਜੀ ਠੀਕ ਗਲਤ ਰੱਬ ਜਾਣੇ ਕੀ ਹੁੰਦੇ, ਪਰ ਮੈਨੂੰ ਇਉਂ ਲੱਗਦਾ ਕਿ ਇਸ ਤਰ੍ਹਾਂ ਦੀ ਇਹ ਸਮੱਸਿਆ ਇਹ ਹੈ ਕਿ ਅਜੇ ਤੱਕ ਇਹ ਸੁਤੰਤਰ ਰੂਪ ਵਿੱਚ ਨਹੀਂ। ਹਾਲਾਂਕਿ ਜਲੰਧਰ ਦੀ ਚੋਣ ਤੋਂ ਬਾਅਦ ਥੋੜਾ ਜਿਹਾ ਭਗਵੰਤ ਮਾਨ ਹੌਸਲੇ ਵਿੱਚ ਆਇਆ ਲੱਗਦਾ ਸੀਗਾ, ਪਰ ਉਹ ਫੇਰ ਮੈਨੂੰ ਲੱਗਦਾ ਕਿ ਉਹ ਜੋ ਉਹਨਾਂ ਨੂੰ ਲੱਗਦਾ ਕਿ ਇਨਸਿਕਿਉਰਿਟੀ ਦੀ ਭਾਵਨਾ ਨਹੀਂ ਹੁੰਦੀ, ਕਿ ਉਹ ਇਨਸਿਕਿਉਰ ਫੀਲ ਕਰਦਾ ਕਿ ਮੇਰੀ ਕੁਰਸੀ ਜਿਹੜੀ ਹੈ ਉਹਦੀਆਂ ਲਗਾਮਾਂ ਕਿਤੇ ਹੋਰ ਨੇ ਤੇ ਮੇਰੀ ਕੁਰਸੀ ਨਾ ਕਿਤੇ ਖਿਸਕ ਜਾਏ। ਇਹ ਜਿਹੜਾ ਨੇ ਹੀ ਫੀਲ ਥ੍ਰੈਟਨਡ ਐਂਡ ਇਨਸਿਕਿਉਰ। ਸੋ ਇਸ ਤਰ੍ਹਾਂ ਦੀ ਜਿਹੜੀ ਉਹ ਮਾਹੌਲ ਦੇ ਵਿੱਚੋਂ ਸੁਖਵਿੰਦਰ ਜੀ ਉਹਨਾਂ ਦਾ ਸਾਰਾ ਕੰਡਕਟ ਇਹੋ ਜਿਹਾ ਲੱਗਦਾ ਹੈ ਜਿਹਦੇ ਵਿੱਚ ਆਪਾਂ ਕਹੀਏ ਕਿ ਇਹੋ ਜਿਹੀ ਖੁਦ ਮੁਖਤਿਆਰ ਸਰਕਾਰੀ ਜਿਹੜੀ ਪ੍ਰਚਲਨ ਨਹੀਂ ਨਜ਼ਰ ਆਉਂਦਾ। ਠੀਕ ਹੈ ਸੁਖਵਿੰਦਰ ਜੀ। ਡਾਕਟਰ ਸਾਹਿਬ, ਇੱਕ ਜਦੋਂ Z+ ਸਿਕਿਉਰਿਟੀ ਦੀ ਗੱਲ ਆਉਂਦੀ ਹੈ, ਪਿਛਲੇ ਕਾਫੀ ਦਿਨਾਂ ਤੋਂ ਇਹ ਵੀ ਖਬਰ ਚਰਚਾ ਚੱਲ ਰਹੀ ਹੈ, ਅੱਜ ਤੇ ਟ੍ਰਿਬਿਊਨ ਵਿੱਚ ਵੀ ਲੱਗੀ ਹੈ ਕਿ ਸਿਕਿਉਰਿਟੀ Z+ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਅਸੀਂ ਪੰਜਾਬ ਤੇ ਦਿੱਲੀ ਦੇ ਵਿੱਚ ਨਹੀਂ ਲੈਣੀ, ਮਤਲਬ ਕਿ ਬਾਕੀ ਸੂਬਿਆਂ ਦੇ ਵਿੱਚ ਲੈਣੀ ਹੈ ਤੁਸੀਂ। ਫਿਰ ਉਧਰੋਂ ਸਵਾਲ ਚੁੱਕਦੇ ਨੇ ਕਿ ਸਿਆਸਤ ਤਾਂ ਨਹੀਂ ਸੀ ਅਸੀਂ ਕਰਨੀ, ਉਹ ਕਹਿੰਦੇ, ਪਰ ਕਹਿੰਦੇ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ Z+ ਸਿਕਿਉਰਿਟੀ ਲਈ ਹੋਈ, ਮਤਲਬ ਕੇਂਦਰੀ ਸੁਰੱਖਿਆ ਲਈ ਹੋਈ ਆ, ਤਾਂ ਫਿਰ ਉਹ ਕਿਉਂ ਨਹੀਂ ਇਸ ਮਾਮਲੇ ਦੇ ਉੱਤੇ ਮਤਲਬ ਇਹ ਤਾਂ ਸਿਆਸਤ ਪੰਜਾਬ ਲਈ ਕਰ ਰਹੇ ਨੇ, ਉਹ ਕਹਿੰਦੇ ਕੀ ਇਹ ਕੇਜਰੀਵਾਲ ਸਾਹਿਬ ਦੇ ਮਗਰ ਲੱਗ ਕੇ ਕਰ ਰਹੇ ਨੇ? ਜੇ ਇਹ ਸਾਰਾ ਕੁਝ ਹੈ ਤਾਂ ਫਿਰ ਕੇਜਰੀਵਾਲ ਸਾਹਿਬ ਵੀ ਆਪਣੀ ਸਿਕਿਉਰਿਟੀ ਵਾਪਸ ਕਰ ਦੇਣ। ਜੇ ਇਹਨਾਂ ਦੇ ਆਲੇ ਦੁਆਲੇ ਇਹਨਾਂ ਨੂੰ ਲੱਗਦਾ ਹੈ ਕਿ ਕੇਂਦਰ ਜਿਹੜੀ ਹੈ ਉਹ ਆਪਣਾ ਇਸ ਤਰੀਕੇ ਨਾਲ ਇਹਨਾਂ ਤੇ ਤਾਨਾਸ਼ਾਹੀ ਕਰਦੀ ਹੈ ਸੂਬਿਆਂ ਦੇ ਹੱਕ ਨੂੰ ਲੈ ਕੇ ਜਾਂ ਦਿੱਲੀ ਦੀ ਸਰਕਾਰ ਦੇ ਹੱਕ ਨੂੰ ਲੈ ਕੇ, ਤਾਂ ਫਿਰ ਸਿਆਸਤ ਕਿਉਂ? ਕਹਿੰਦੇ ਸੁਖਵਿੰਦਰ ਜੀ ਤੁਸੀਂ ਬਿਲਕੁਲ ਕਹਿ ਰਹੇ ਹੋ, ਸਿਧਾਂਤਕ ਤੌਰ ਤੇ ਹੀ ਗਲਤ ਹੈ। ਜੋ ਤੁਸੀਂ ਪਬਲਿਕ ਪੋਜੀਸ਼ਨ ਲਈ ਸੀ ਸਿਕਿਉਰਿਟੀ ਦੇ ਮਾਮਲੇ ਵਿੱਚ, ਜਦੋਂ ਤੁਸੀਂ ਵਿਰੋਧੀ ਧਿਰ ਦੇ ਲੀਡਰ ਸੀਗੇ, ਚਾਹੇ ਕੇਜਰੀਵਾਲ ਸਾਹਿਬ ਸਨ ਤੇ ਚਾਹੇ ਆਪਣੇ ਭਗਵੰਤ ਮਾਨ ਜੀ ਸੀਗੇ, ਇਹ ਤੁਸੀਂ ਦੇਖੋ ਕਿ ਇਹਨਾਂ ਦੀ ਪਬਲਿਕ ਪੋਜੀਸ਼ਨ ਕੀ ਸੀ, ਇਹ ਕਿਸ ਕਿਸਮ ਦੇ ਤਾਨੇ ਦਿੰਦੇ ਹੁੰਦੇ ਸੀ ਜਿਹੜੇ ਤਾਕਤ ਵਿੱਚ ਪਾਰਟੀਆਂ ਸੀ, ਲੀਡਰ ਸੀਗੇ। ਹੁਣ ਬਿਲਕੁਲ ਉਸ ਤੋਂ ਯੂ ਟਰਨ ਨਹੀਂ ਲੱਗਦਾ ਆਪਾਂ ਨੂੰ
ਕਿ ਉਹ ਜੋ ਪੋਜੀਸ਼ਨ ਪਹਿਲਾਂ ਸੀ ਉਹ ਤੋਂ ਬਿਲਕੁਲ ਹੀ ਉਲਟ ਉਹ ਤੁਸੀਂ ਪੋਜੀਸ਼ਨ ਲੈ ਰਹੇ ਹੋ। ਇਹ 'ਚ ਕੋਈ ਸ਼ੱਕ ਨਹੀਂ ਕਿ ਆਪਾਂ ਨੂੰ ਪਤਾ ਹੈ ਕਿ ਜਿਹੜੀ ਪਬਲਿਕ ਅਥਾਰਟੀ ਦੇ ਵਿੱਚ ਬੈਠੇ ਹੁੰਦੇ ਨੇ ਬੰਦੇ, ਤਾਕਤ ਜਿਨ੍ਹਾਂ ਦੇ ਹੱਥ ਵਿੱਚ ਹੁੰਦੀ ਹੈ, ਉਹਨਾਂ ਨੂੰ ਪ੍ਰੋਟੈਕਸ਼ਨ ਦੀ ਲੋੜ ਹੁੰਦੀ ਹੈ, ਕਿਉਂਕਿ ਜਿਸ ਕਿਸਮ ਦੇ ਸਮਾਜ ਵਿੱਚ ਆਪਾਂ ਵਿਚਰ ਰਹੇ ਹਾਂ ਉਸ ਸਮਾਜ ਦੇ ਹਾਲਾਤ ਨੂੰ ਆਪਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ। ਇਹ 'ਚ ਕੋਈ ਸ਼ੱਕ ਨਹੀਂ, ਸਿਕਿਉਰਿਟੀ ਦੀ ਲੋੜ ਹੁੰਦੀ ਹੈ। ਪਰ ਇਹ ਜਦੋਂ ਸਿਕਿਉਰਿਟੀ ਦੀ ਲੋੜ ਹੈਗੀ ਹੈ ਤੇ ਕਿਸ ਕਿਸਮ ਦੀ ਸਿਕਿਉਰਿਟੀ ਹੋਏ, ਉਹ ਜੇ ਤੁਸੀਂ ਹੁਣ ਕੇਂਦਰ ਦੀਆਂ ਆਪਣੀਆਂ ਫੋਰਸਿਸ ਦੀ ਸਿਕਿਉਰਿਟੀ ਲੈਂਦੇ ਹੋ ਤੇ ਇਹਦਾ ਮਤਲਬ ਇਹ ਹੈ ਕਿ ਪੰਜਾਬ ਦੀ ਜਿਹੜੀ ਸੂਬਾਈ ਫੋਰਸ ਹੈਗੀ ਆ ਉਹ ਤੇ ਬੇਭਰੋਸਗੀ ਆਪਾਂ ਨੂੰ ਕਿਸੇ ਤਰ੍ਹਾਂ ਦੀ ਕਰਨੀ ਪੈਗੀ। ਸੋ ਇਹ ਸਮੱਸਿਆ ਜਿਹੜੀ ਬੜੀ ਗੁੰਝਲਦਾਰ ਹੈ। ਸਿਕਿਉਰਿਟੀ ਚਾਹੀਦੀ ਜ਼ਰੂਰ ਹੈ, ਕਿਸ ਕਿਸਮ ਦੀ ਸਿਕਿਉਰਿਟੀ ਕੌਣ ਪ੍ਰਦਾਨ ਕਰ ਸਕਦਾ ਹੈ, ਇਹ ਮਸਲੇ ਜਿਹੜੇ ਨੇ ਗੁੰਝਲਦਾਰ ਨੇ। ਸਿਧਾਂਤਕ ਤੌਰ ਤੇ ਗੱਲ ਹੋਰ ਹੁੰਦੀ, ਤੁਸੀਂ ਸਿਆਸੀ ਤੌਰ ਤੇ ਕਿਵੇਂ ਤੁਹਾਨੂੰ ਹੁਣ ਸੂਟ ਕਰੇਗਾ ਸੁਖਵਿੰਦਰ ਜੀ ਇਹ ਗੱਲ ਕਿ ਜੇ ਤੁਹਾਡੀ ਪੋਜੀਸ਼ਨ ਇਹ ਹੈ ਵੀ ਇੰਨੀ ਸਿਕਿਉਰਿਟੀ ਨਹੀਂ ਚਾਹੀਦੀ। ਹੁਣ ਇਹੀ ਗੱਲ ਹੈ ਕਿ ਇਹਦਾ ਸੂਚਕ ਕੀ ਹੈ ਸੁਖਵਿੰਦਰ ਜੀ, ਕਿ ਇੱਕ ਤੇ ਹੈਗੀ ਹੈ ਕਿ ਸਮਾਜ ਦੇ ਵਿੱਚ ਅਨਸਰ ਇਹੋ ਜਿਹੇ ਬੜੇ ਹੈਗੇ ਹੈ ਜਿਨ੍ਹਾਂ ਤੋਂ ਖਤਰਾ ਹੋ ਸਕਦਾ। ਇਹਦਾ ਮਤਲਬ ਇਹ ਹੈ ਕਿ ਸਰਕਾਰ ਉਹਨਾਂ ਅਨਸਰਾਂ ਨੂੰ ਨੱਥ ਨਹੀਂ ਪਾ ਸਕੀ ਜਿਨ੍ਹਾਂ ਤੋਂ ਖਤਰਾ ਹੋ ਸਕਦਾ। ਇੱਕ ਤੇ ਇਹ ਹੋ ਗਿਆ ਕਿ ਤੁਸੀਂ ਆਪਣੀ ਫੇਲਿਅਰ ਐਡਮਿਟ ਕਰ ਰਹੇ ਹੋ ਕਿ ਤੁਹਾਡੀ ਕਾਰਗੁਜ਼ਾਰੀ ਅਜਿਹੀ ਹੈ ਕਿ ਤੁਸੀਂ ਸਿਕਿਉਰ ਨਹੀਂ ਹੋ, ਤੇ ਇਹਦਾ ਮਤਲਬ ਇਹ ਹੋ ਗਿਆ ਕਿ ਤੁਹਾਡੀ ਜੋ ਵਚਨਬੱਧਤਾ ਸੀ ਕਿ ਲੋਕਾਂ ਨੂੰ ਅਸੀਂ ਸਿਕਿਉਰਿਟੀ ਔਰ ਇਹੋ ਜਿਹਾ ਮਾਹੌਲ, ਇਹੋ ਜਿਹਾ ਸ਼ਾਸਨ ਪ੍ਰਦਾਨ ਕਰਨਾ ਹੈ ਜਿਹਦੇ ਵਿੱਚ ਆਮ ਨਾਗਰਿਕ ਜਿਹੜਾ ਹੈ ਉਹ ਸੁਖੀ ਜ਼ਿੰਦਗੀ ਬਸਰ ਕਰ ਸਕੇ ਔਰ ਸੁਰੱਖਿਅਤ ਮਹਿਸੂਸ ਕਰੇ। ਹੁਣ ਇਹਦਾ ਮਤਲਬ ਜੇ ਤੁਸੀਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਤੇ ਰਾਜ ਆਪਣੀ ਜੋ ਮੁੱਢਲੀ ਜ਼ਿੰਮੇਵਾਰੀ ਹੈ ਆਮ ਲੋਕਾਂ ਨੂੰ ਸੁਰੱਖਿਅਤਾ ਦੀ ਭਾਵਨਾ ਪ੍ਰਦਾਨ ਕਰਨ ਦੀ, ਉਹ ਵੀ ਤਾਂ ਫਿਰ ਫੇਲਿਅਰ ਹੈ ਨਾ। ਆਪਾਂ ਨੂੰ ਇਹ ਗੱਲ ਤੇ ਸੂਚਕ ਇਸ ਗੱਲ ਦਾ ਵੀ ਤੇ ਹੈ ਨਾ ਸੁਖਵਿੰਦਰ ਜੀ। ਸੋ ਇਹ ਇੱਕ ਬੜੀ ਕੰਪਲੀਕੇਟਡ ਇਸ਼ੂ ਹੈਗਾ। ਇਹਦੀਆਂ ਲੌਜੀਕਲ ਇੰਪਲੀਕੇਸ਼ਨਸ ਵੀ ਬੜੀਆਂ ਹੁੰਦੀਆਂ ਕਿ ਤੁਸੀਂ ਆਪਣੀ ਸਿਕਿਉਰਿਟੀ ਰੱਖਣੀ ਆ ਜਾਂ ਕੇਂਦਰ ਦੀਆਂ ਬਲਾਂ ਦੀ ਸਿਕਿਉਰਿਟੀ ਨਾਲ ਰੱਖਣੀ ਹੈ ਤੇ ਭਲਾ ਲੋਕਾਂ ਨੂੰ ਸਿਕਿਉਰਿਟੀ ਕਿੰਨੀ ਪ੍ਰਦਾਨ ਕਰਨੀ ਹੈ। ਮੈਨੂੰ ਲੱਗਦਾ ਹੈ ਕਿ ਇਹ ਕਿ ਜਦੋਂ ਤੁਸੀਂ ਇੱਕ ਪੋਜੀਸ਼ਨ ਲੈਂਦੇ ਹੋ ਨਾ ਵਿਰੋਧੀ ਧਿਰ ਦੇ ਵਿੱਚ ਤੇ ਉਹ ਜਸਟ ਫਾਰ ਦੀ ਸੇਕ ਆਫ ਕ੍ਰਿਟਿਸਿਜ਼ਮ ਲੱਗਦਾ। ਫਿਰ ਲੋਕ ਇਹ ਕਹਿੰਦੇ ਨੇ ਵੀ ਜਿਹੜਾ ਤਾਕਤ ਵਿੱਚ ਹੁੰਦਾ ਉਹਦਾ ਬਿਹੇਵੀਅਰ ਹੋਰ ਹੁੰਦਾ, ਜਾਂ ਤਾਕਤ ਤੋਂ ਵਿਰੁੱਧ ਹੁੰਦੇ ਹੋ ਤੇ ਇਹਦਾ ਬਿਹੇਵੀਅਰ ਹੋਰ ਤਰ੍ਹਾਂ ਦਾ ਹੁੰਦਾ। ਤੇ ਇਹ ਸਿਆਸਤ ਦਾ ਸੱਚ ਹੈ ਸੁਖਵਿੰਦਰ ਜੀ, ਇਹ ਭਾਰਤੀ ਸਿਆਸਤ ਦਾ ਸੱਚ ਹੈ। ਸਿਰਫ ਇਹਨਾਂ ਨੂੰ ਨਾ ਆਪਾਂ ਭੰਡੀਏ। ਤੁਸੀਂ ਕਿਸੇ ਵੀ ਲੀਡਰ, ਪੋਲੀਟੀਕਲ ਲੀਡਰ ਨੂੰ ਲੈ ਲਓ, ਜਦੋਂ ਤਾਕਤ ਵਿੱਚ ਹੁੰਦਾ ਤੇ ਹੋਰ ਤਰ੍ਹਾਂ ਦੇ ਬਿਆਨ, ਜਦੋਂ ਤਾਕਤ ਤੋਂ ਬਾਹਰ ਹੁੰਦਾ ਹੋਰ ਤਰ੍ਹਾਂ ਦੇ। ਆਪਾਂ ਨੂੰ ਤੁਸੀਂ ਦੇਖੋ ਕਿ ਉਹ ਆਪਣੇ ਕੌਣ ਸਨ ਉਹ ਜਿਹੜੇ ਕਾਂਗਰਸ ਲੀਡਰ ਜਿਹੜੇ ਅੱਜ ਕੱਲ੍ਹ ਚਲੇ ਗਏ ਬੀਜੇਪੀ 'ਚ, ਹਾਂ ਮਨਪ੍ਰੀਤ ਹੁੰਦੀ, ਯਾਦ ਹੈ ਨਾ ਤੁਹਾਨੂੰ ਕਿ ਉਹ ਕਹਿੰਦੇ ਹੁੰਦੇ ਸੀ ਵੀ ਆਹ ਹੂਟਰ ਲਾਉਣੇ ਤੇ ਗੱਡੀਆਂ ਅੱਗੇ ਪਿੱਛੇ ਲਾਉਣੀਆਂ ਤੇ ਮੈਂ ਤੇ ਆਪ ਗੱਡੀ ਚਲਾਉਣਾ ਜੀ। ਉਹਨਾਂ ਦਾ ਪ੍ਰਚਲਨ ਫਿਰ ਕੀ ਹੋ ਗਿਆ ਤੁਹਾਡੇ ਸਾਹਮਣੇ ਹੈ। ਸੋ ਇਹ ਮਤਲਬ ਸਾਡੀ ਇਹ ਬਦਕਿਸਮਤੀ ਹੈ ਕਿ ਤਾਕਤ ਵਿੱਚ ਹੋਰ ਤਰ੍ਹਾਂ ਦੇ ਬਿਆਨ ਤੇ ਤਾਕਤ ਤੋਂ ਬਾਹਰ ਹੋਰ ਤਰ੍ਹਾਂ ਦੇ ਬਿਆਨ। ਸੁਖਵਿੰਦਰ ਜੀ। ਡਾਕਟਰ ਸਾਹਿਬ, ਜਦੋਂ ਅਸੀਂ, ਕਿਉਂਕਿ ਗੱਲ ਲੋਕਤੰਤਰ ਨੂੰ ਬਚਾਉਣ ਦੀ ਹੋਈ ਹੈ, ਜਦੋਂ ਗੱਲ ਆਉਂਦੀ ਹੈ ਕਿ ਜੇ ਕੋਈ ਕੇਂਦਰ ਦੇ ਹੱਕ ਵਿੱਚ ਬੋਲਦਾ, ਨੈਸ਼ਨਲ ਲੈਵਲ ਉੱਤੇ ਲਗਾਤਾਰ ਚਰਚਾ ਚੱਲੀ ਕਿ ਜੀ ਉਹ ਗੋਦੀ ਮੀਡੀਆ ਆ, ਉਹ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਕੇਂਦਰ ਜਿਹੜਾ ਉਹ ਲਗਾਤਾਰ ਹਮਲੇ ਕਰਦਾ ਰਿਹਾ, ਆਪਣੇ ਤਰੀਕੇ ਨਾਲ ਪ੍ਰੈਸ ਨੂੰ ਚਲਾਉਂਦਾ ਰਿਹਾ। ਇਹ ਹਮੇਸ਼ਾ ਅਸੀਂ ਦੇਖਣ ਨੂੰ ਮਿਲਦਾ ਸਾਨੂੰ, ਜੋ ਕੁਝ ਹੁਣ ਭਲਵਾਨਾਂ ਵਾਲੇ ਮਸਲੇ 'ਚ ਦੇਖਣ ਨੂੰ ਮਿਲ ਰਿਹਾ ਕਿ ਕਿਸ ਤਰੀਕੇ ਦੇ ਨਾਲ ਖਬਰਾਂ ਨੂੰ ਜਿਹੜਾ ਉਹ ਫੈਲਾਇਆ ਜਾਂਦਾ ਆ, ਜੋ ਕੁਝ ਵੀ ਕੀਤਾ ਜਾਂਦਾ। ਖੈਰ, ਗੱਲ ਪੰਜਾਬ ਦੇ ਜਦੋਂ ਸੰਦਰਭ 'ਚ ਦੇਖਦੇ ਆ, ਇੱਕ ਪਾਸੇ ਅਜੀਤ ਅਖਬਾਰ, ਉਹਨਾਂ ਨੇ ਸਰਬ ਪਾਰਟੀ ਮੀਟਿੰਗ ਸੱਦ ਕੇ ਸਾਰੀਆਂ ਪਾਰਟੀਆਂ ਨੇ ਉਹਨਾਂ ਨੂੰ ਸਮਰਥਨ ਦਿੱਤਾ। ਉੱਥੇ ਸਾਰੀਆਂ ਪਾਰਟੀਆਂ ਇੱਕ ਮੰਚ ਤੇ ਜਦੋਂ ਨਜ਼ਰ ਆਈਆਂ ਤਾਂ ਹੁਣ ਸੋਸ਼ਲ ਮੀਡੀਆ ਤੇ ਇੱਕ ਚਰਚਾ ਛਿੜ ਗਈ ਕਿ ਕੀ ਇਹ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਜਾਂ ਫਿਰ ਬਰਜਿੰਦਰ ਸਿੰਘ ਹਮਦਰਦ ਹੋਰਾਂ ਤੋਂ, ਜਿਹੜੇ ਮੁੱਖ ਸੰਪਾਦਕ ਨੇ ਅਜੀਤ ਦੇ, ਉਹਨਾਂ ਤੋਂ ਜਿਹੜੀ ਜੰਗੇ ਆਜ਼ਾਦੀ ਯਾਦਗਾਰ ਦੇ ਵਿੱਚ ਜੋ ਕੁਝ ਨਿਰਮਾਣ ਹੋਇਆ ਜਾਂ ਜੋ ਕੁਝ ਹੋਇਆ ਉਹਦੇ ਵਿੱਚ ਹੋਣ ਵਾਲੇ ਘਪਲਿਆਂ ਦੀ ਗੱਲ ਜਦੋਂ ਆਉਂਦੀ ਹੈ ਤਾਂ ਉਹਦੇ ਵਿੱਚ ਉਹਨਾਂ ਦੀ ਦਖਲਅੰਦਾਜ਼ੀ ਦੀ ਗੱਲ ਹੈ। ਇੱਕ ਨਿੱਜੀ ਮਸਲਾ ਹੈ ਜਾਂ ਫਿਰ ਇਹ ਪ੍ਰੈਸ ਦਾ ਮਸਲਾ ਹੈ, ਇੱਕ ਜਰਨਲਿਜ਼ਮ ਦਾ ਮਸਲਾ ਹੈ? ਇਹ ਕੀ ਆ? ਕੀ ਇਹ ਪ੍ਰੈਸ ਦੀ ਆਜ਼ਾਦੀ ਦੇ ਵਾਕਈ ਹਮਲਾ ਹੈ? ਬਲਤੇਜ ਪੰਨੂ ਜਿਹੜੇ ਨੇ ਮੁੱਖ ਮੰਤਰੀ ਸਾਹਿਬ ਦੇ ਮੀਡੀਆ ਸਲਾਹਕਾਰ, ਉਹ ਵੀ ਇਸ ਉੱਤੇ ਸਵਾਲ ਖੜੇ ਕਰ ਰਹੇ ਨੇ। ਹੁਣ ਇਹਨੂੰ ਵੱਖੋ ਵੱਖਰੇ ਨਜ਼ਰੀਏ ਨਾਲ
ਕਰ ਰਿਹਾ। ਮੈਂ ਕਈ ਥਾਂ ਤੇ ਪੜ੍ਹ ਰਿਹਾ ਸੀ, ਕਈ ਲੋਕ ਅਜੀਤ ਦੀ ਜਿਹੜੀ ਭੂਮਿਕਾ ਉਹਨਾਂ ਦੇ ਉੱਤੇ ਵੀ ਮਤਲਬ ਕਿ ਉਹ ਕਹਿੰਦੇ ਕਿ ਪਿਛਲੇ ਸਮੇਂ ਜਾਂ ਅਕਾਲੀ ਕਾਰਜਕਾਲ ਦੇ ਵਿੱਚ ਜਾਂ 84 ਵੇਲਿਆਂ 'ਚ ਇਹਨਾਂ ਦੀ ਭੂਮਿਕਾ ਕਿੱਦਾਂ ਦੀ ਰਹੀ। ਇਹ ਹੁਣ ਅਸੀਂ ਤੇ ਕਿਉਂਕਿ ਮੇਰਾ ਤੇ 89 ਦਾ ਬਰਥ ਆ, ਤੇ ਜਿਨ੍ਹਾਂ ਨੇ ਉਹ ਦੌਰ ਦੇਖਿਆ ਪੁਰਾਣੇ ਸੀਨੀਅਰ ਪੱਤਰਕਾਰ, ਉਹ ਵੀ ਇਹਦੇ ਉੱਤੇ ਟਿੱਪਣੀ ਕਰ ਰਹੇ ਨੇ ਕਿ ਇਹ ਇੱਕ ਨਿੱਜੀ ਨਾ ਸਮਝ, ਇੱਕ ਮਤਲਬ ਕਿ ਪ੍ਰੈਸ ਦੀ ਆਜ਼ਾਦੀ ਨਾ ਸਮਝਿਆ ਜਾਏ, ਇਹਨੂੰ ਨਿੱਜੀ ਦੇਖਿਆ ਜਾਵੇ ਕਿ ਬਲਜਿੰਦਰ ਸਿੰਘ ਹਮਦਰਦ ਹੋਣਾ ਤੋਂ ਪੁੱਛਗਿੱਛ ਆ ਤੇ ਉਹ ਇਹਦਾ ਸਾਹਮਣਾ ਕਰਨ, ਬਸ ਇੱਥੋਂ ਤੱਕ ਸੀਮਤ ਹੈ। ਸੁਖਵਿੰਦਰ ਜੀ ਦੇਖੋ, ਇਹ ਜਿਹੀਆਂ 2-3 ਨੁਕਤੇ ਮੈਂ ਤੁਹਾਡੀ ਆਡੀਅנס ਨਾਲ ਸਾਂਝੇ ਕਰਨਾ। ਪਹਿਲੀ ਗੱਲ ਤੇ ਇਹ ਹੈ ਕਿ ਮੇਰੀ ਯਾਦਦਾਸ਼ਤ ਵਿੱਚ ਕੋਈ ਅਜਿਹਾ ਮੌਕਾ ਨਹੀਂ ਕਿ ਜਦੋਂ ਇੱਕ ਐਡੀਟਰ ਦੇ ਹੱਕ ਵਿੱਚ ਸਾਰੀਆਂ ਪਾਰਟੀਆਂ ਇਸ ਢੰਗ ਨਾਲ ਇਕੱਠੀਆਂ ਹੋਈਆਂ ਹੋਣ, ਉਹਨਾਂ ਵਿੱਚ ਯਕਜਹਿਤੀ ਹੋਈ ਹੋਵੇ। ਯਾਨੀ ਕਿ ਵੱਖ-ਵੱਖ ਪਾਰਟੀਆਂ, ਆਮ ਤੌਰ ਤੇ ਆਪਾਂ ਨੂੰ ਪਤਾ ਹੈ ਕਿ ਜਿਹੜੇ ਅਖਬਾਰਾਂ ਹੁੰਦੀਆਂ ਨਾ, ਰੀਜਨਲ ਅਖਬਾਰਾਂ, ਜਿਹਨੂੰ ਵਰਨੈਕੂਲਰ ਆਪਾਂ ਅਖਬਾਰਾਂ ਕਹਿੰਦੇ, ਉਹਨਾਂ ਦਾ ਝੁਕਾਅ ਤੇ ਲਗਾਓ ਕੁਝ ਕੁ ਪਾਰਟੀਆਂ ਪ੍ਰਤੀ ਸੁਹਿਰਦ ਹੁੰਦਾ, ਕੁਝ ਦੇ ਨਾਲ ਉਹ ਜਿਹਨੂੰ ਕਹੋ ਕਿ ਇਨਡਿਫਰੈਂਟ ਹੁੰਦਾ, ਕੋਈ ਉਸ ਤਰ੍ਹਾਂ ਦਾ ਲਗਾਓ ਨਹੀਂ ਹੁੰਦਾ। ਸੋ ਅਜੀਤ ਅਖਬਾਰ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ, ਆਮ ਤੌਰ ਤੇ ਇਹਨਾਂ ਨੂੰ ਮੰਨਿਆ ਜਾਂਦਾ ਹੈ ਕਿ ਇਹ ਪੰਜਾਬੀ ਜ਼ੁਬਾਨ ਦੀ ਮੁਦਈ ਹੈ ਤੇ ਸਿੱਖ ਹਿੱਤਾਂ ਤੇ ਪੰਜਾਬੀ ਹਿੱਤਾਂ ਦੇ ਵਾਸਤੇ ਇਹ ਖੜਾਉਣ ਦੀ ਕੋਸ਼ਿਸ਼ ਕਰਦੀ ਹੈ। ਇਹ ਮੁੱਖ ਤੌਰ ਤੇ ਜਿਹੜੀ ਪਰਸੈਪਸ਼ਨ ਬਣ ਜਾਂਦੀ ਨਾ ਜੀ ਅਖਬਾਰਾਂ ਦੀ, ਉਹ ਇਸ ਤਰ੍ਹਾਂ ਦੀ ਬਣ ਜਾਂਦੀ, ਹਰ ਅਖਬਾਰ ਦੀ ਹੁੰਦੀ ਹੈ। ਤਾਂ ਤੁਸੀਂ ਦੇਖੋਗੇ ਜਗਬਾਣੀ ਦੀ ਹੋਰ ਦਿੱਖ ਹੋਏਗੀ, ਪੰਜਾਬੀ ਟ੍ਰਿਬਿਊਨ ਦੀ ਹੋਰ ਤਰ੍ਹਾਂ ਦੀ ਹੋਏਗੀ, ਸਪੋਕਸਮੈਨ ਦੀ ਹੋਰ ਤਰ੍ਹਾਂ ਦੀ ਹੋਏਗੀ, ਆਪਣੇ ਚੜ੍ਹਦੀ ਕਲਾ ਵਾਲਿਆਂ ਦੀ ਇੱਥੋਂ ਦੀ ਹੋਰ ਤਰ੍ਹਾਂ ਦੀ ਹੋਏਗੀ। ਪਰ ਅਜੀਤ ਹੋਰਾਂ ਦੀ ਮੁੱਖ ਤੌਰ ਤੇ ਜਿਹੜੀ ਬਣੀ ਕੀ ਸੀ, ਆਮ ਪਬਲਿਕ ਪਰਸੈਪਸ਼ਨ, ਇਹੀ ਹੈ ਕਿ ਪੰਜਾਬੀ ਜ਼ੁਬਾਨ, ਪੰਜਾਬ ਦੇ ਹਿੱਤ ਤੇ ਸਿੱਖ ਹਿੱਤ, ਇਹ ਆਮ ਤੌਰ ਤੇ ਕੋਸ਼ਿਸ਼ ਇਹ ਹੁੰਦੀ ਸੀ। ਇਹਨਾਂ ਨੂੰ ਆਪਾਂ ਨੂੰ ਦੇਖੋਗੇ ਕਿ ਇਸ ਅਖਬਾਰ ਦੇ ਵਿੱਚ ਇਸ ਕਿਸਮ ਦੀਆਂ ਖਬਰਾਂ ਜਿਹੜੀਆਂ ਉਹ ਮਿਲ ਜਾਂਦੀਆਂ ਸੀ ਬਰੋਡਲੀ, ਜਿਸ ਨੂੰ ਆਪਾਂ ਕਹੀਏ। ਬਾਕੀ ਰਿਹਾ ਕਿ ਜਿਹੜਾ, ਕਿਉਂਕਿ ਇਹ ਪ੍ਰਾਈਵੇਟ ਅਦਾਰਾ ਹੈ, ਪ੍ਰਾਈਵੇਟ ਇਹਦਾ ਸਾਰਾ ਹੀ ਇੱਕ ਪਰਿਵਾਰ ਦਾ ਹੀ ਹੈ ਨਾ ਜੀ, ਤੇ ਉਹਨਾਂ ਦੇ ਹਿੱਤ, ਨਿੱਜੀ ਹਿੱਤ ਵੀ ਇਹਦੇ ਨਾਲ ਜੁੜੇ ਹੁੰਦੇ ਨੇ, ਇਹਨੂੰ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ। ਸੋ ਇਸ ਕਰਕੇ ਹੁਣ ਹੈ ਇਹ ਕਿ ਜਦੋਂ ਸਮੁੱਚੇ ਪੰਜਾਬੀ ਔਰ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਪ੍ਰਤੀਨਿਧ ਇਹ ਮਹਿਸੂਸ ਕਰਦੇ ਹੈਗੇ ਆ ਕਿ ਇਸ ਮਾਮਲੇ ਦੇ ਵਿੱਚ ਮਸਲਾ ਇਹ ਉਹਨਾਂ ਦਾ ਨਿੱਜੀ ਨਹੀਂ ਹੈ, ਹਾਲਾਂਕਿ ਉਹਨਾਂ ਦਾ ਨਿੱਜ ਵੀ ਹੈਗਾ, ਉਹਦੇ ਵਿੱਚ ਨੇੜਤਾ ਹੈ ਸਾਰੇ ਨਾਲ, ਪਰ ਕੁਝ ਅਜਿਹੇ ਬੰਦੇ ਵੀ ਹਨ ਜਿਨ੍ਹਾਂ ਦਾ ਨਿੱਜੀ ਤੌਰ ਤੇ ਉਹਨਾਂ ਨਾਲ ਨੇੜਤਾ ਨਹੀਂ ਹੈ, ਪਰ ਫਿਰ ਵੀ ਉਹ ਸਿਆਸੀ ਤੌਰ ਤੇ ਉਹ ਸਮਝਦੇ ਆ ਕਿ ਇਸ ਵੇਲੇ ਸਾਨੂੰ ਇਹਦੀ ਸਪੋਰਟ ਕਰਨ ਦੀ ਲੋੜ ਹੈ, ਕਿਉਂਕਿ ਇਹ ਪਬਲਿਕ ਯਾਨੀ ਕਿ ਪਲੇਟਫਾਰਮ ਦੇ ਉੱਪਰ ਪ੍ਰੈਸ ਦੀ ਆਜ਼ਾਦੀ ਦਾ ਮਸਲਾ ਹੈ। ਜਿਸ ਢੰਗ ਨਾਲ ਇੱਕ ਨੈਰੇਟਿਵ ਬਣ ਨਹੀਂ ਜਾਂਦਾ ਹੁੰਦਾ ਕਿ ਇਸ਼ੂ ਕਿਹੜਾ ਫਰੇਮ ਕਰਦੇ, ਜਦੋਂ ਇਸ਼ੂ ਇਹ ਪਬਲਿਕ ਇਸ਼ੂ ਫਰੇਮ ਹੋ ਜਾਏ ਕਿ ਇਹ ਪ੍ਰੈਸ ਦੀ ਆਜ਼ਾਦੀ ਦਾ ਮਸਲਾ ਹੈ, ਤੇ ਫਿਰ ਕੋਈ ਵੀ ਪਬਲਿਕ ਫਿਗਰ ਜਿਹੜੀ ਹੈ ਉਹ ਅਫੋਰਡ ਨਹੀਂ ਕਰ ਸਕਦੀ ਕਿ ਜ਼ਾਹਰਾ ਤੌਰ ਤੇ ਉਹਦੇ ਹੱਕ ਵਿੱਚ ਆਵਾਜ਼ ਬੁਲੰਦ ਨਾ ਕਰੇ। ਸੋ ਇਹ ਹੈ ਹੁਣ ਜਿਹੜਾ ਮਸਲਾ ਹੈ ਨਾ ਇਹਦੇ ਵਿੱਚ, ਕਿ ਜਿਸ ਢੰਗ ਨਾਲ ਅਜੀਤ, ਇਹਦਾ ਪਿਛੋਕੜ ਆਪਾਂ ਨੂੰ ਪਤਾ ਹੀ ਹੈ ਕਿ ਅਜੀਤ ਦੇ ਜਿਹੜੇ ਆਪਣੇ ਮੈਨੇਜਿੰਗ ਐਡੀਟਰ ਨੇ, ਉਹਨਾਂ ਦੇ ਖਿਲਾਫ ਨਿੱਜੀ ਕੁਝ ਹੋ ਸਕਦਾ ਹੈ ਕਿ ਉਹਨਾਂ ਦੇ ਖਿਲਾਫ ਕੁਝ ਚਾਰਜਸ ਹੋਣ, ਪਰ ਜਿਸ ਢੰਗ ਨਾਲ ਉਹਨਾਂ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਹਿਲਾਂ ਤਾਂ ਸੀ ਕਿ ਉਹਨਾਂ ਦੇ ਅਖਬਾਰ ਦੇ ਜਿਹੜੇ ਸਾਰੇ ਇਸ਼ਤਿਹਾਰ ਬੰਦ ਕੀਤੇ ਗਏ, ਕੋਸ਼ਿਸ਼ ਕੀਤੀ ਗਈ ਦਬਾਉਣ ਦੀ ਉਹਨਾਂ ਨੂੰ, ਔਰ ਮੈਨੂੰ ਲੱਗਦਾ ਇਹ ਹੈ ਕਿ ਇਹ ਤਰੀਕਾਕਾਰ ਠੀਕ ਨਹੀਂ ਹੈ। ਸੁਖਵਿੰਦਰ ਜੀ, ਤੁਸੀਂ ਵੀ ਪੱਤਰਕਾਰ ਹੋ, ਮੈਂ ਸਮਝਦਾ ਕਿ ਇੰਨੀ ਅੱਛੀ ਦਿੱਖ ਵਾਲੇ ਔਰ ਇੰਨੇ ਹੰਢੇ ਹੋਏ ਪੱਤਰਕਾਰ, ਔਰ ਉਹ ਪੱਤਰਕਾਰ ਜਿਹਦੇ ਅਖਬਾਰ ਸਮੁੱਚੇ ਪੰਜਾਬ ਦੇ ਵਿੱਚ, ਇਸ ਖਿੱਤੇ ਦੇ ਵਿੱਚ ਬਹੁਤ ਸਤਿਕਾਰਤ ਹੈ, ਉਹਨੂੰ ਇਸ ਢੰਗ ਨਾਲ ਡੀਲ ਨਹੀਂ ਕਰਨਾ ਚਾਹੀਦਾ ਸੀ। ਉਹਨੂੰ ਡੀਲ ਕਰਨ ਵਾਸਤੇ ਜਿਸ ਢੰਗ ਨਾਲ ਉਹਨਾਂ ਨੂੰ, ਜੇ ਕੋਈ ਸਮੱਸਿਆ ਹੈ ਤੇ ਉਹ ਇਨਕੁਆਇਰੀ ਕਰਾਓ, ਤੁਸੀਂ ਇਨਕੁਆਇਰੀ ਕਰਾਓ ਕਿ ਲੋਕਾਂ ਦੇ ਸਾਹਮਣੇ ਫੈਕਟਸ ਲੈ ਆਓ। ਪਰ ਜਿਸ ਢੰਗ ਨਾਲ ਹੁੰਦਾ ਹੈ ਨਾ, ਜਿਹਨੂੰ ਕਹੀਏ ਕਿ ਹੁਣ ਹੁੰਦਾ ਹੈ ਕਿ ਉਹ ਬਲਦ ਜਿਹੜਾ ਹੈ ਨਾ ਉਹ ਗੱਡੇ ਦੇ ਪਿੱਛੇ ਬੰਨਿਆ ਹੋਇਆ, ਯਾਨੀ ਉਹ ਨਹੀਂ ਠੀਕ ਲੱਗਦਾ ਹੁੰਦਾ ਕਿ ਤੁਸੀਂ ਪਹਿਲਾਂ ਯਾਨੀ ਕਿ ਜ਼ਲੀਲ ਕਰਨਾ ਸ਼ੁਰੂ ਕਰ ਦਿੰਦੇ ਹੋ ਬੰਦਿਆਂ ਨੂੰ।
ਜ਼ਲਾਲਤ ਵਿੱਚ ਨਾ ਪਾਓ ਤੁਸੀਂ। ਜੇ ਕੋਈ ਗਲਤ ਉਹਨੇ ਕਾਰਜ ਕੀਤਾ, ਤੁਹਾਡੀ ਕੋਲ ਪਈ ਹੋਈ ਸਾਰੀ ਇਨਕੁਆਇਰੀ ਤੁਸੀਂ ਕੀਤੀ ਹੋਈ ਹੈ, ਉਹ ਕੀ ਕਹੇਗਾ। ਫਾਰ ਐਗਜ਼ਾਮਪਲ ਮੈਂ ਕੋਈ ਗਲਤ ਕੰਮ ਕੀਤਾ ਹੈ ਤੇ ਮੇਰੀ ਸਟੇਟਮੈਂਟ ਤੇ ਥੋੜਾ ਨਿਰਭਰ ਕਰੇਗਾ ਮੈਂ ਕੋਈ ਗਲਤ ਕੰਮ ਕੀਤਾ। ਤੁਸੀਂ ਤੇ ਉਹ ਤੇ ਤੁਹਾਡੇ ਕੋਲ ਸਾਰੇ ਯਾਨੀ ਕਿ ਕਾਗਜ਼ਾਤ ਪਏ ਹੋਏ ਆ, ਤੁਹਾਡੇ ਕੋਲ ਡਾਟਾ ਪਿਆ ਹੋਇਆ, ਆਫੀਸ਼ੀਅਲ ਰਿਕਾਰਡ ਪਿਆ, ਜਿਸ ਆਧਾਰ ਤੇ ਜਾਂ ਕੰਪਲੇਂਟ ਕੋਈ ਆਈਆਂ ਹੋਈਆਂ ਉਹ ਤਾਂ ਤੁਹਾਡੇ ਕੋਲ ਪਈਆਂ ਹੋਈਆਂ। ਉਸ ਆਧਾਰ ਤੇ ਤੁਸੀਂ ਆਪਣਾ ਉਹਦਾ ਕਰੋ, ਨਿਰੀਖਣ ਕਰੋ ਤੇ ਪ੍ਰਸ਼ਨ ਕਰ ਲਓ ਤੁਸੀਂ। ਤੇ ਜਿਸ ਤਰ੍ਹਾਂ ਹੁਣ ਇਹ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਉਹਨਾਂ ਨੂੰ ਭੇਜ ਦਿਓ ਤੇ ਉਹਨਾਂ ਨੂੰ ਪੁੱਛ ਲਓ। ਪਰ ਉਹਨਾਂ ਨੂੰ ਬੁਲਾਉਣਾ, ਯਾਨੀ ਕਿ ਉੱਥੇ ਇੱਕ ਡੀਐਸਪੀ ਹੈ ਫਾਰ ਐਗਜ਼ਾਮਪਲ, ਮੈਂ ਸਮਝਦਾ ਕਿ ਇਸ ਪੱਧਰ ਦਾ ਜਿਹੜਾ ਪੱਤਰਕਾਰ ਹੈ ਉਹਨੂੰ ਇਹ ਕਿਸੇ ਡੀਐਸਪੀ ਕੋਲ ਬੁਲਾਉਣਾ, ਮੈਨੂੰ ਲੱਗਦਾ ਕਿ ਇਦੋਂ ਵੱਡੀ ਯਾਨੀ ਕਿ ਇਨਸਲਟ ਹੋ ਨਹੀਂ ਸਕਦੀ। ਇਹ ਬੁਲਾਉਣਾ ਵੀ ਸੀ ਤੇ ਕਿਤੇ ਚਾਹ ਦੇ ਪਿਆਲੇ ਤੇ ਉਹ ਜਿਹੜਾ ਵੀ ਉਹਨਾਂ ਦਾ ਇੰਚਾਰਜ ਹੈਗਾ ਆਪਣਾ ਵਿਜੀਲੈਂਸ ਦਾ, ਡੀਜੀਪੀ ਜਾਂ ਡੀਜੀਪੀ ਜੋ ਵੀ ਉਹਨਾਂ ਦਾ ਇੰਚਾਰਜ ਹੋਣਾ, ਉਹ ਬੁਲਾ ਲੈਂਦੇ ਕਿ ਆਓ ਸਰਦਾਰ ਸਾਹਿਬ ਆਪਾਂ ਆ ਗੱਲਾਂ ਦੇ ਤੁਹਾਡੇ ਕੋਲ ਵੈਰੀਫਿਕੇਸ਼ਨ ਲੈਣੀ ਹੈ ਤੇ ਆ ਜਾਓ ਆਪਾਂ ਚਾਹ ਦੇ ਪਿਆਲੇ ਤੇ ਗੱਲ ਕਰ ਲੈਂਦੇ ਹਾਂ। ਉਹ ਤਰੀਕਾ ਕਾਰ ਆਫਟਰ ਇੱਕ ਮੁਹੱਜ਼ਬ ਤਰੀਕਾ ਹੁੰਦਾ ਨਾ ਜਿਹੜਾ। ਸੋ ਮੈਨੂੰ ਲੱਗਦਾ ਕਿ ਜਿਸ ਢੰਗ ਦਾ ਇਹ ਤਰੀਕਾ ਹੈ ਕਾਰ ਅਡਾਪਟ ਕਰ ਲਿਆ ਹੋਇਆ ਨਾ ਜੀ ਇਸ ਸਰਕਾਰ ਨੇ, ਉਹ ਮੈਂ ਇੱਕ ਇਹਨੇ ਵਿੱਚ ਇਹਨੂੰ ਠੀਕ ਮੰਨਦਾ ਕਿ ਜਿਹੜੀਆਂ ਚੀਜ਼ਾਂ ਗਲਤ ਹੋਈਆਂ ਉਹਨਾਂ ਦੀ ਪਛਾਣ ਹੋਣੀ ਚਾਹੀਦੀ, ਪੜਤਾਲ ਹੋਣੀ ਚਾਹੀਦੀ। ਜਿਨ੍ਹਾਂ ਨੇ ਲੁੱਟ ਮਚਾਈ ਸੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਹਨਾਂ ਨੂੰ ਅੱਗੇ ਕੰਨ ਹੋਣੇ ਚਾਹੀਦੇ ਲੋਕਾਂ ਨੂੰ ਕਿ ਪਬਲਿਕ ਫੰਡ ਨਾਲ ਇਸ ਤਰ੍ਹਾਂ ਅਸੀਂ ਉਹਦੀ ਜਿਹਨੂੰ ਕਹੀਏ ਖਿਆਨਤ ਨਹੀਂ ਕਰਨੀ ਚਾਹੀਦੀ। ਪਰ ਇੱਕ ਤਰੀਕਾ ਕਾਰ ਜਿਹੜਾ ਨਾ ਜੀ ਸੁਖਵਿੰਦਰ ਜੀ, ਉਹ ਮੈਨੂੰ ਲੱਗਿਆ ਇਹ ਠੀਕ ਨਹੀਂ ਅਡਾਪਟ ਕੀਤਾ। ਸੋ ਤਰੀਕਾ ਕਾਰ ਤੇ ਮੈਨੂੰ ਬਿਲਕੁਲ ਆਬਜੈਕਸ਼ਨ ਹੈ ਔਰ ਇਹ ਮਸਲੇ ਨੂੰ ਲੈਣਾ ਵੀ ਇਸ ਤਰ੍ਹਾਂ ਚਾਹੀਦਾ ਕਿ ਪ੍ਰੈਸ ਦੀ ਆਜ਼ਾਦੀ ਤੇ ਹੀ ਅਟੈਕ ਇਹਨੂੰ ਮੰਨਣਾ ਚਾਹੀਦਾ ਹੈ। ਕਿਉਂਕਿ ਇਹਦਾ ਪਿਛੋਕੜ ਵੀ ਹੈ ਨਾ ਤੁਹਾਡੇ ਸਾਹਮਣੇ ਹੈ ਕਿ ਜਦੋਂ ਤੁਹਾਡੇ ਇਸ਼ਤਿਹਾਰ ਕੋਈ ਬੰਦ ਕਰ ਦੇਵੇ, ਤੁਹਾਡੇ ਤੇ ਮਤਲਬ ਪ੍ਰੈਸ਼ਰਾਈਜ਼ ਕੀਤਾ ਜਾਏ ਕਿ ਇਸ ਕਿਸਮ ਦੀਆਂ ਖਬਰਾਂ ਲਾਉਣੀਆਂ ਤੇ ਇਸ ਤਰ੍ਹਾਂ ਦੀਆਂ ਨਹੀਂ ਲਾਉਣੀਆਂ, ਇਨਡਾਇਰੈਕਟ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾਏ, ਇਹ ਉਚਿਤ ਨਹੀਂ ਹੈ ਸੁਖਵਿੰਦਰ ਜੀ। ਜੀ ਸੁਖਵਿੰਦਰ ਜੀ। ਆਮ ਆਦਮੀ ਪਾਰਟੀ ਦੇ ਜਿਹੜੇ ਸੂਬੇ ਦੇ ਬੁਲਾਰੇ ਨੇ ਮਾਲਵਿੰਦਰ ਸਿੰਘ ਕਾਂਗੂ, ਉਹ ਟਵੀਟ ਕਰਕੇ ਇਹਦੇ ਤੇ ਸਵਾਲ ਚੁੱਕਦੇ ਨੇ ਕਿ ਅੱਜ ਇਹ ਸਭ ਕੁਝ ਹੋਇਆ ਜਿਵੇਂ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ, ਉਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੱਧੂ ਨੇੜੇ ਨੇੜੇ ਨਜ਼ਰ ਆਏ ਤੇ ਉਹਨਾਂ ਨੇ ਹੱਥ ਵੀ ਮਿਲਾਇਆ। ਉਸ ਤੋਂ ਬਾਅਦ ਉਹ ਕਹਿੰਦੇ ਕਿ ਭਗਵੰਤ ਮਾਨ ਤੋਂ ਇਹ ਸਾਰੇ ਇੰਨੇ ਘਬਰਾ ਚੁੱਕੇ ਨੇ ਕਿ ਆਮ ਆਦਮੀ ਪਾਰਟੀ ਤੋਂ ਵੀ ਘਬਰਾਹਟ ਹੈ। ਇਸ ਕਰਕੇ ਜਿਹੜੇ ਇਹ ਜਿੰਨੀਆਂ ਵਿਰੋਧੀ ਪਾਰਟੀਆਂ ਅਕਾਲੀ ਦਲ, ਕਾਂਗਰਸ, ਬੀਜੇਪੀ, ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮੰਚ ਦੇ ਉੱਤੇ ਨਜ਼ਰ ਆਉਣ। ਤੇ ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਸਿਆਸਤ ਨੂੰ ਅਸੀਂ ਦੇਖਦੇ ਹਾਂ ਕਿ 75-25 ਦਾ ਮਸਲਾ ਉਹਨਾਂ ਨੇ ਬੜਾ ਵਾਰਿਆ। ਇਹਦੇ ਪਿੱਛੇ ਕੈਪਟਨ ਸਾਹਿਬ ਦੀ ਕੁਰਸੀ ਵੀ ਕੈਪਟਨ ਸਾਹਿਬ ਨੂੰ ਗਵਾਉਣੀ ਪਈ, ਸਾਰੀ ਪਾਰਟੀ ਉਹਨਾਂ ਦੇ ਵਿਰੋਧ ਦੇ ਵਿੱਚ ਆਈ, ਜਾਂ ਇਹਨਾਂ ਦੇ ਜਿੰਨੇ ਵੀ ਐਮਐਲਏ ਉਹਨਾਂ ਦੇ ਵਿਰੋਧ ਦੇ ਵਿੱਚ ਰਹੇ, ਸਰਕਾਰ ਵੀ ਗਵਾਉਣੀ ਪਈ ਆ। ਤੇ ਹੁਣ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਨਾਲ ਨਰਮ ਪਏ ਨੇ ਤੇ ਉਹਦੇ ਤੋਂ ਕੀ ਮਤਲਬ ਕਿ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਕੀ ਵਾਕਈ ਕੋਈ ਸਮਾਂ ਇਹੋ ਜਿਹਾ ਆ ਸਕਦਾ ਕਿ ਇਹ ਸਾਰੀਆਂ ਪਾਰਟੀਆਂ ਆਮ ਆਦਮੀ ਪਾਰਟੀ ਦੇ ਖਿਲਾਫ ਇੱਕ ਮੰਚ ਤੇ ਨਜ਼ਰ ਆ ਸਕਦੀਆਂ? ਨਹੀਂ, ਇਹ ਨਹੀਂ ਸੰਭਵ ਜਿਹੜੀ ਹੈ ਨਾ, ਇਹ ਕੋਈ ਹੋਰ ਹੈ। ਮੈਨੂੰ ਲੱਗਦਾ ਕਿ ਇਹ ਸਿਰਫ ਤੇ ਸਿਰਫ ਮੌਜੂ ਜਿਹੜਾ ਨਾ ਅਜੀਤ ਦੇ ਕੇਂਦਰਿਤ ਆਪਾਂ ਨੂੰ ਮੰਨਣਾ ਚਾਹੀਦਾ। ਉਹ ਹਮਦਰਦ ਹੋਣਾ ਦੀ ਜਿਹੜੀ ਹੈ ਨਾ ਕਿ ਨੇੜਤਾ ਸੀ ਔਰ ਉਹਨਾਂ ਦੀ ਛਵੀ ਹੈ ਜਿਹੜੀ ਪੰਜਾਬ ਦੀ ਰੀਡਰਸ਼ਿਪ ਵਿੱਚ, ਉਹ ਕੋਈ ਵੀ ਸਿਆਸੀ ਧਿਰ ਉਹ ਇਹ ਅਫੋਰਡ ਨਹੀਂ ਕਰ ਸਕਦੀ ਕਿ ਇਸ ਇਸ਼ੂ ਤੇ ਉਹ ਗਲਤ ਸਾਈਡ ਤੇ ਖੜੀ ਦਿਖਾਈ ਦਿੰਦੀ ਹੋਵੇ। ਉਹ ਕੇਂਦਰ ਵਿੱਚ ਇਸ਼ੂ ਉਹ ਪਿਆ ਹੋਇਆ ਜਿਹਨੇ ਇਹਨੂੰ ਕਹੀਏ ਕਿ ਸਾਰਿਆਂ ਨੂੰ ਇਕੱਠਾ ਕੀਤਾ ਨਾ, ਜੋ ਉਹ ਇਸ਼ੂ ਹੈ। ਔਰ ਇਹ ਕੋਈ ਹੋਰ ਇਹਨਾਂ ਨੂੰ ਇਕੱਠੇ ਹੋਣ ਦੀ ਮਤਲਬ ਜੇ ਆਪਾਂ ਨੂੰ ਕੱਲ ਨੂੰ ਕੋਈ ਕਹੇ ਕਿ ਬੀਜੇਪੀ ਤੇ ਕਾਂਗਰਸ ਇਕੱਠੀ ਹੋ ਜਾਏਗੀ, ਆਪਣੇ ਮਤਲਬ ਬਿਲਕੁਲ ਹੀ ਆਪਾਂ ਉਲਟ ਗੱਲਾਂ ਨਜ਼ਰ ਆਉਂਦੀਆਂ ਨੇ ਕਿ ਜਿਹੜੀ ਆਫਟਰ ਬੇਸਿਕ ਕਲੈਸ਼ ਹੈ ਨਾ, ਜਿਹੜੀਆਂ ਆਪਣਾ ਕਾਂਸਟੀਚੁਐਂਸੀ ਦੀਆਂ ਤਾਕਤ ਦੀ ਖੇਡ ਦੇ ਵਿੱਚ ਵਿਰੋਧੀ ਧਿਰਾਂ ਰਹੀਆਂ ਨੇ, ਅਕਾਲੀ ਤੇ ਕਾਂਗਰਸ ਜਿਹੜੇ ਹੈ ਉਹ ਇਕੱਠੇ ਇਸ ਵੇਲੇ ਹੋਣ ਦੀ ਸੰਭਾਵਨਾ ਬਿਲਕੁਲ ਨਜ਼ਰ ਨਹੀਂ ਆਉਂਦੀ ਕਿਉਂਕਿ ਕਾਂਸਟੀਚੁਐਂਸੀ ਅੱਡੋ ਅੱਡ ਹੈ। ਉਹ ਕਿਹਨੂੰ ਮੂੰਹ ਦਿਖਾਉਣਗੇ? ਮਤਲਬ ਜੇ ਆਫਟਰ ਆਲ ਇਕੱਠੇ ਹੋ ਕੇ ਚੋਣ ਲੜਦੇ ਆ ਤੇ ਫਿਰ ਹੋਣਾ ਤੇ ਇਹੀ ਆ ਨਾ ਵੀ ਜਿਹੜਾ ਮੇਰਾ ਬੇਸ ਹੈ ਕਾਂਸਟੀਚੁਐਂਸੀ, ਜਿਹੜਾ ਮੇਰਾ ਐਂਟੀ ਕਾਂਗਰਸ ਮੈਂ ਹੁਣ ਤੱਕ ਜਿਹੜਾ ਪੋਜੀਸ਼ਨ ਲੈ ਰਹੇ ਹਾਂ ਆਪਾਂ ਅਕਾਲੀ ਦਲ ਵਾਲੇ ਲੈਂਦੇ ਹਾਂ, ਉਹ ਫਿਰ ਕੀ ਕਹਿਣਗੇ ਤੇ ਕਾਂਗਰਸ ਵਾਲੇ ਕੀ ਕਹਿਣਗੇ ਜਿਹੜੇ ਅਕਾਲੀਆਂ ਨੂੰ ਹੁਣ ਤੱਕ ਗਾਲਾਂ ਕੱਢਦੇ ਰਹੇ ਨੇ, ਤੇ ਬੀਜੇਪੀ ਵਾਲੇ ਜਿਹੜੇ ਹੁਣ ਤੱਕ ਗਾਲਾਂ ਕੱਢਦੇ ਨੇ ਉਹ ਕੀ ਕਹਿਣਗੇ? ਮਤਲਬ ਇਸ ਤਰ੍ਹਾਂ ਦੀ ਕੋਈ ਨਾ ਤੇ ਸਿਧਾਂਤਕ ਆਧਾਰ ਹੈ ਇਹਨਾਂ ਦਾ ਇਕੱਠੇ ਹੋਣ ਦਾ ਤੇ ਨਾ ਹੀ ਵਿਹਾਰਕ ਹੈ।
ਸਿਆਸਤ ਵਿੱਚ ਆਮ ਤੌਰ ਤੇ ਸੁਖਵਿੰਦਰ ਜੀ ਵਿਹਾਰਕਤਾ ਹੁੰਦੀ ਹੈ ਕਿ ਜਿਹਦੇ ਨਾਲ ਤੁਹਾਡੇ ਹਿੱਤ ਜਿਹੜੇ ਨੇ ਉਹ ਪ੍ਰਮੋਟ ਹੁੰਦੇ ਹੋਣ, ਤੇ ਮੈਨੂੰ ਨਹੀਂ ਲੱਗਦਾ ਕਿ ਸਿਆਸਤ ਦੇ ਵਿੱਚ ਇਹਨਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ। ਇਹ ਇੱਕ ਦੂਸਰੇ ਦੇ ਪੂਰਕ ਨਹੀਂ ਹੋ ਸਕਦੇ, ਇੱਕ ਦੂਸਰੇ ਦੀ ਮਦਦ ਇਹਨਾਂ ਨੂੰ ਰਾਸ ਨਹੀਂ ਆਉਣੀ। ਜਿਹੜੀ ਚੀਜ਼ ਸਿਆਸਤ ਵਿੱਚ ਰਾਸ ਨਹੀਂ ਆਉਂਦੀ ਉਹ ਇਕੱਠੇ ਹੋਣ ਦਾ ਆਧਾਰ ਨਹੀਂ ਬਣਦੀ। ਸੋ ਇਕੱਠੇ ਹੋਣ ਦਾ ਆਧਾਰ ਬਿਲਕੁਲ ਮੈਨੂੰ ਨਜ਼ਰ ਨਹੀਂ ਆਉਂਦਾ। ਇਹ ਅੰਡਰਸਟੈਂਡਿੰਗ ਕੰਗ ਸਾਹਿਬ ਦੀ ਮੈਨੂੰ ਠੀਕ ਨਹੀਂ ਨਜ਼ਰ ਆਉਂਦੀ ਜੀ। ਅੱਛਾ, ਇਹਦੇ ਵਿੱਚ ਵੱਡਾ ਸਵਾਲ ਨਾ ਸਿੱਧੂ ਤੇ ਮਜੀਠੀਆ ਦੀ ਸਿਆਸਤ ਨੂੰ ਲੈ ਕੇ ਆ। ਲੋਕ ਕਹਿੰਦੇ ਕਿ ਇਹਨਾਂ ਪਿੱਛੇ ਅਸੀਂ ਇੱਕ ਦੂਜੇ ਦੀਆਂ ਪੱਗਾਂ ਲਾਉਣ ਤੱਕ ਗਏ, ਜਾਂ ਜੋ ਕੁਝ ਵੀ ਹੋਇਆ, ਸਿਆਸਤ ਬਦਲੀ, ਸਰਕਾਰਾਂ ਬਦਲੀਆਂ, ਸਾਰਾ ਕੁਝ ਹੋਇਆ। ਜਦੋਂ ਇਹ ਇੱਕ ਮੰਚ ਤੇ, ਜਿਵੇਂ ਕਹਿੰਦੇ ਕਿ ਸਿਆਸਤ ਵਿੱਚ ਨਾ ਕੋਈ ਦੋਸਤ ਨਾ ਕੋਈ ਦੁਸ਼ਮਣ, ਨਾ ਲੰਬੇ ਸਮੇਂ ਤੱਕ ਇਹ ਦੋਸਤ ਰਹਿ ਸਕਦੇ ਨੇ ਨਾ ਦੁਸ਼ਮਣ ਰਹਿ ਸਕਦੇ ਨੇ, ਸਾਰਾ ਕੁਝ ਚੱਲਦਾ, ਅਸੀਂ ਵੀ ਸੁਣਦੇ ਸੀ। ਪਰ ਜਦੋਂ ਇਹੋ ਜਿਹੀਆਂ ਚੀਜ਼ਾਂ ਘਟਨਾਵਾਂ ਵਾਪਰਦੀਆਂ ਜਾਂ ਇਹੋ ਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਤਾਂ ਬਹੁਤ ਤਰ੍ਹਾਂ ਦੇ ਲੋਕਾਂ ਦੇ ਮਨਾਂ 'ਚ ਵੀ ਸ਼ੱਕ ਸੁਭਾਅ ਜਿਹੜੇ ਖੜੇ ਕਰਦੀਆਂ ਕਿ ਜਿਹੜੇ ਸਿੱਧੂ ਸਾਹਿਬ ਇਹਨਾਂ ਨੂੰ 75-25 ਨੂੰ ਲੈ ਕੇ ਕੈਪਟਨ ਸਾਹਿਬ ਤੇ ਉਂਗਲ ਚੁੱਕਦੇ ਸੀ, ਕੀ ਕੱਲ ਨੂੰ ਜੇ ਮੰਨ ਲਓ ਖੁਦਾ ਨਾ ਖਾਸਤਾ ਇਹਨਾਂ ਦੀ ਸਰਕਾਰ ਆ ਵੀ ਜਾਂਦੀ ਹੈ ਪੰਜਾਬ ਦੇ ਵਿੱਚ, ਸਿੱਧੂ ਸਾਹਿਬ ਮੁੱਖ ਮੰਤਰੀ ਬਣ ਵੀ ਜਾਂਦੇ ਨੇ, ਕੀ ਇਹ ਵੀ ਫਿਰ ਉਹੀ ਰੋਲ ਨਿਭਾਉਣਗੇ ਅਕਾਲੀ ਦਲ ਨਾਲ ਮਿਲ ਕੇ 75-25 ਵਾਲਾ? ਦੇਖੋ, ਸਿਆਸਤ ਦੀਆਂ ਮਜਬੂਰੀਆਂ ਬਿਲਕੁਲ ਹੁੰਦੀਆਂ, ਇਹ 'ਚ ਕੋਈ ਸ਼ੱਕ ਨਹੀਂ। ਮੈਂ ਕਿਹਾ ਨਾ ਵੀ ਵਿਹਾਰਕ ਸਿਆਸਤ ਦੇ ਵਿੱਚ ਕੋਈ ਪੱਕਾ ਦੁਸ਼ਮਣ ਦੋਸਤ ਨਹੀਂ ਹੁੰਦਾ, ਪਰ ਉਹ ਹਿੱਤ ਤੇ ਹੁੰਦੇ ਆ ਨਾ ਵੀ ਮੈਂ ਤੁਹਾਡੇ ਨਾਲ ਸਮਝੌਤਾ ਇਸ ਕਰਕੇ ਕਰਾਂਗੇ ਕਿ ਤੁਸੀਂ ਮੈਨੂੰ ਤਾਕਤ ਗ੍ਰਹਿਣ ਕਰਨ ਵਿੱਚ ਸਹਾਈ ਹੋਵੋਗੇ। ਪਰ ਜੋ ਪੰਜਾਬ ਦੇ ਆਬਜੈਕਟਿਵ ਹਾਲਾਤ ਹਨ ਇਸ ਵੇਲੇ, ਉਹਦੇ ਵਿੱਚ ਨਾ ਤੇ ਸਿੱਧੂ ਮਜੀਠੀਆ ਉਹਨਾਂ ਨੂੰ ਕੋਈ ਸਹਾਈ ਹੋ ਸਕਦਾ ਤਾਕਤ ਗ੍ਰਹਿਣ ਵਿੱਚ, ਤੇ ਨਾ ਹੀ ਮਜੀਠੀਆ ਸਿੱਧੂ ਨੂੰ ਤਾਕਤ ਗ੍ਰਹਿਣ ਵਿੱਚ ਕੋਈ ਸਹਾਈ ਹੋ ਸਕਦਾ। ਇਹਦਾ ਤਾਂ ਮਤਲਬ ਸਿਰਫ ਤੇ ਸਿਰਫ ਇਹ ਹੈ ਕਿ ਆਮ ਤੌਰ ਤੇ ਕਿਹਾ ਜਾਂਦਾ ਨਾ ਕਿ ਸਿੱਧੂ ਕਿਸੇ ਦੇ ਨਾਲ ਨਹੀਂ ਤੁਰ ਸਕਦਾ। ਉਹਦਾ ਸੁਭਾਅ ਹੈ ਕਿ ਉਹ ਦੁਸ਼ਮਣ ਵਧੇਰੇ ਬਣਾਉਂਦਾ, ਦੋਸਤ ਨਹੀਂ ਬਣਾ ਸਕਦਾ। ਉਹ ਸ਼ਾਇਦ ਉਹ ਆਪਣੀ ਇਹ ਛਵੀ ਜੋ ਬਣੀ ਹੋਈ ਹੈ ਨਾ, ਦਿੱਖ ਉਹਦੀ, ਇਹ ਪਰਸੈਪਸ਼ਨ ਹੈ, ਉਹਨੂੰ ਸ਼ਾਇਦ ਉਹ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਇਆ ਹੈ ਕਿ ਕਾਂਗਰਸ ਦੇ ਵਿੱਚ ਆਫਟਰ ਆਲ ਉਹਨੇ ਹੁਣ ਲੀਡਰਸ਼ਿਪ ਵਾਸਤੇ ਸਟੇਕ ਤੇ ਕਰਨਾ ਹੀ ਕਰਨਾ ਨਾ ਉਹਨੇ, ਤੇ ਇਹ ਉਹਨੂੰ ਯਾਨੀ ਕਿ ਆਪਣੀ ਐਕਸੈਪਟੇਬਿਲਿਟੀ, ਬ੍ਰੌਡ ਐਕਸੈਪਟੇਬਿਲਿਟੀ ਜਿਹੜੀ ਹੈਗੀ ਹੈ ਕਿ ਉਹ ਉਸ ਤਰ੍ਹਾਂ ਦਾ ਲੱਕੜ ਨਹੀਂ ਹੈ, ਉਹਦੇ ਵਿੱਚ ਲਚਕੀਲਾਪਨ ਹੈ, ਉਹ ਅਕੋਮੋਡੇਟ ਕਰ ਸਕਦਾ, ਲੋਕਾਂ ਨਾਲ ਐਡਜਸਟ ਕਰ ਸਕਦਾ। ਜੋ ਸਿਆਸਤ ਦੇ ਵਿੱਚ ਹੁੰਦਾ ਨਾ ਜੀ, ਕਿ ਤੁਸੀਂ ਜ਼ਰੂਰੀ ਨਹੀਂ ਹੈ ਕਿ ਉਹ ਇੱਕ ਲਾਈਨ ਖਿੱਚੀ ਹੈ ਤੇ ਉੱਤੇ ਹੀ ਤੁਰਨਾ। ਸਿਆਸਤ ਦੇ ਵਿੱਚ ਕਈ ਕਿਸਮ ਦੇ ਜਾਨੀ ਕਿ ਵਾਲਫੇਅਰ ਹੁੰਦੇ ਨੇ, ਉਹਦੇ ਮੁਤਾਬਕ ਤੁਹਾਨੂੰ ਡਾਇਨਾਮਿਕ ਜਿਹਾ ਹੋਣਾ ਪੈਂਦਾ, ਲਚਕਦਾਰ ਹੋਣਾ ਪੈਂਦਾ, ਤੇ ਉਹ ਇਸ ਕਿਸਮ ਦੀ ਗੱਲ ਦੇ ਵਿੱਚੋਂ ਹੋ ਸਕਦੀ ਹੈ। ਦੂਸਰੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ 75-25 ਵਾਲੀ ਗੱਲ ਜਿਹੜੀ ਹੈਗੀ ਹੈ, ਉਹ ਤਾਂ ਮੈਨੂੰ ਲੱਗਦਾ ਹੈ ਕਿ ਸਾਰੀਆਂ ਹੀ ਪਾਰਟੀਆਂ ਦੇ ਵਿੱਚ ਜਿੱਥੇ ਜਿੱਥੇ ਨੇੜਤਾ ਹੁੰਦੀ ਆ ਨਾ ਜੀ, ਉਹ ਨੇੜਤਾ ਤੇ ਡਿਪੈਂਡ ਕਰਦਾ ਹੁੰਦਾ। ਇਹ ਅਕ੍ਰੋਸ ਦੀ ਪਾਰਟੀਜ਼ ਪਰਸਨਲ ਰਿਲੇਸ਼ਨਸ਼ਿਪ ਹੁੰਦੇ ਆ, ਚਾਹੇ ਰਾਜ ਕਰਨ ਵਾਲੀ ਪਾਰਟੀ ਤੁਹਾਡੀ ਵਿਰੋਧੀ ਪਾਰਟੀ ਵੀ ਕਿਉਂ ਨਾ, ਪਰ ਨਿੱਜੀ ਸਬੰਧ ਜਿਹੜੇ ਹੁੰਦੇ ਆ ਉਹ ਜ਼ਰੂਰ ਹੁੰਦੇ ਆ। ਸੋ ਉਹ ਨਿੱਜੀ ਸਬੰਧ ਜਦੋਂ ਹੁੰਦੇ ਆ, ਉਹਨੂੰ 75-25 ਕਹਿ ਲਓ, ਕੁਝ ਕਹਿ ਲਓ, ਉਹ ਚੱਲਦਾ ਹੀ ਹੁੰਦਾ ਸਿਆਸਤ ਦੇ ਵਿੱਚ। ਜੇ ਆਪਾਂ ਕਹੀਏ ਕਿ ਜਿਹੜੀ ਪਾਰਟੀ ਰਾਜ ਕਰ ਰਹੀ ਤੇ ਵਿਰੋਧੀ ਪਾਰਟੀ, ਆਪੋਜੀਸ਼ਨ ਪਾਰਟੀ ਜਿਹੜੀ ਨੇ ਉਹ ਪਰਮਾਨੈਂਟ ਦੁਸ਼ਮਣ ਹੋ ਗਏ ਆ ਤੇ ਉਹਨਾਂ ਦੇ ਕੰਮ ਨਹੀਂ ਹੋਣਗੇ। ਹੁਣ ਤੁਸੀਂ ਦੇਖੋ ਬਾਦਲ ਸਾਹਿਬ ਬਾਰੇ ਵੀ ਅਕਸਰ ਇਹ ਕਿਹਾ ਜਾਂਦਾ ਸੀ ਨਾ ਕਿ ਉਹ ਆਪਣੇ ਬੰਦਿਆਂ ਦਾ ਕੰਮ ਤੇ ਭਾਵੇਂ ਨਾ ਕਰਨ, ਪਰ ਵਿਰੋਧੀ ਲੀਡਰਸ ਨੂੰ ਕਦੇ ਉਹ ਨਾ ਨਹੀਂ ਸੀ ਕਰਦੇ ਹੁੰਦੇ। ਉਹ 75-25 ਦਾ ਥੋੜਾ ਗੱਲ ਹੁੰਦੀ ਹੈ। ਇੱਕ ਇਹ ਸਿਆਸਤ ਦਾ ਜਿਹਨੂੰ ਕਹੋ ਕਿ ਸਟਾਈਲ ਆਫ ਪੋਲਿਟਿਕਸ ਹੁੰਦਾ, ਉਹ ਸਟਾਈਲ ਆਫ ਪੋਲਿਟਿਕਸ ਨਾਲ ਵੀ ਇਹਨੂੰ ਐਕਸਪਲੇਨ ਕੀਤਾ ਜਾ ਸਕਦਾ ਤੇ ਉਹਨੂੰ ਜਨਰਲਾਈਜ਼ ਨਹੀਂ ਕੀਤਾ ਜਾ ਸਕਦਾ। ਹੁਣ ਆਪਾਂ ਜੇ ਤੁਸੀਂ ਕਹੋ ਕਿ ਕੈਪਟਨ ਸਾਹਿਬ ਔਰ ਇਹਨਾਂ ਦਾ ਅਕਾਲੀਆਂ ਦੀ ਇਸ ਤਰ੍ਹਾਂ ਦੀ 75-25 ਦੀ ਸੀ, ਇਹ ਤੇ ਭਾਵੇਂ ਠੀਕ ਹੋਵੇ ਜਾਂ ਗਲਤ ਹੋਵੇ, ਇਹ ਤੇ ਫੈਕਟ ਅੰਦਰ ਦੇ ਕੀ ਹੈ ਇਹ ਜਾਣਕਾਰ ਦੱਸ ਸਕਦੇ ਆ। ਪਰ ਮੈਂ ਤਾਂ ਪੋਲੀਟੀਕਲ ਜਿਹਨੂੰ ਕਹੀਏ ਕਿ ਪ੍ਰਿੰਸੀਪਲ ਦੀ ਗੱਲ ਕਰਦਾ, ਉਹ ਡਿਪੈਂਡ ਕਰਦਾ ਹੁੰਦਾ ਕਿ ਤੁਹਾਡੇ ਪਰਸਨਲ ਰਿਲੇਸ਼ਨਸ ਕੀ ਹਨ ਤੇ ਤੁਹਾਡੀ ਰਾਜਨੀਤੀ ਕਿਸ ਤਰ੍ਹਾਂ ਦੀ ਤੁਸੀਂ ਕਰਦੇ ਹੋ, ਉਹ ਤੁਹਾਡੀ ਅਪਰੋਚ ਤੇ ਡਿਪੈਂਡ ਕਰਦੀ। ਜੀ ਸੁਖਵਿੰਦਰ ਜੀ, ਮਤਲਬ ਕਿ ਹੁਣ ਲੋਕਾਂ ਨੂੰ ਵੀ ਜਿਹੜਾ ਪੋਲੀਟੀਕਲ ਮਾਹਰ ਬਣ ਜਾਣਾ ਚਾਹੀਦਾ, ਸਮਝ ਲੈਣਾ ਚਾਹੀਦਾ ਕਿ ਸਿਆਸੀ ਪਾਰਟੀਆਂ ਜਾਂ ਲੀਡਰ ਜਿਹੜੇ ਨੇ ਉਹਨਾਂ ਦੀਆਂ ਭਾਵਨਾਵਾਂ ਨਾਲ ਕਿਵੇਂ ਖੇਡਦੇ ਨੇ, ਤੇ ਉਦੋਂ ਬਾਅਦ ਜਿਹੜਾ ਸੱਤਾ 'ਚ ਆ ਗਿਆ ਤੇ ਉਹੀ ਫਿਰ ਸੱਤਾ ਦਾ ਜਿਹੜਾ
ਸ਼ਾਹ ਸਵਾਰ ਹੁੰਦਾ। ਮੈਂ ਆਖਰੀ ਸਵਾਲ ਲਵਾਂਗਾ ਕਿ ਪਹਿਲਵਾਨਾਂ ਦੇ ਮਸਲੇ ਤੇ ਗੱਲ ਕਰਨੀ ਬੇਹੱਦ ਅਹਿਮ ਹੈ। ਉਹਦੇ ਵਿੱਚ ਬੀਜੇਪੀ ਜਿਹੜੀ ਹੈ ਉਹ ਅੰਦਰ ਖੱਟ ਟੁੱਟਦੀ ਨਜ਼ਰ ਆਉਂਦੀ ਹੈ, ਕਿਉਂਕਿ ਮੈਂ ਮੇਨਕਾ ਗਾਂਧੀ ਹੋਰਾਂ ਦਾ ਬਿਆਨ ਪੜ੍ਹ ਰਿਹਾ ਸੀ। ਉਹਨਾਂ ਨੂੰ ਕਿਸੇ ਨੇ ਪੱਤਰਕਾਰ ਨੇ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਪਹਿਲਵਾਨਾਂ ਨੂੰ ਜਿਹੜਾ ਉਹ ਇਨਸਾਫ ਜ਼ਰੂਰ ਮਿਲੇਗਾ, ਤੇ ਜਦੋਂ ਮੀਨਾਕਸ਼ੀ ਲੇਖੀ ਨੂੰ ਸਵਾਲ ਹੁੰਦਾ ਤਾਂ ਉਹ ਭੱਜਦੇ ਨਜ਼ਰ ਆਉਂਦੇ ਨੇ। ਇਹਦੇ ਵਿੱਚ ਜਿਵੇਂ ਹੁਣ ਮੈਂ ਟਕੈਤ ਸਾਹਿਬ ਹੋਰਾਂ ਨੂੰ ਵੀ ਸੁਣ ਰਿਹਾ ਸੀ, ਉਹ ਵੀ ਕਹਿ ਰਹੇ ਸੀਗੇ ਮਹਾਪੰਚਾਇਤਾਂ ਲਗਾਤਾਰ ਉਹਨਾਂ ਦੀ ਚੱਲ ਰਹੀਆਂ, ਅੱਜ ਵੀ ਕੁਰੂਕਸ਼ੇਤਰ ਦੇ ਵਿੱਚ ਹੈਗੀ ਆ। ਉਹ ਵੀ ਕਹਿ ਰਹੇ ਸੀ ਕਿ ਬੀਜੇਪੀ ਦੇ ਵਿੱਚ ਸਿਰਫ ਮੋਦੀ ਸ਼ਾਹ ਜਿਹੜੇ ਨੇ ਉਹ ਉੱਪਰ ਬੈਠੇ ਹੁਕਮ ਚਲਾਉਂਦੇ ਨੇ, ਬਾਕੀ ਨੀਚੇ ਵਾਲੀ ਲੀਡਰਸ਼ਿਪ ਜਿਹੜੀ ਹੈ ਉਹ ਮੰਨਦੀ ਹੈ ਗਲਤ ਹੋਇਆ ਹੈ। ਪਰ ਗੱਲ ਸਵਾਲ ਇਹ ਹੈ ਕਿ ਕੌਣ ਕਹੇ ਰਾਣੀਏ ਕਿ ਅੱਗਾ ਟੱਕ ਇਸ ਮਸਲੇ ਦੇ ਵਿੱਚ। ਸੁਖਵਿੰਦਰ ਜੀ, ਜਿੱਥੋਂ ਤੱਕ ਤੁਸੀਂ ਮੇਨਕਾ ਗਾਂਧੀ ਦੀ ਗੱਲ ਕੀਤੀ ਨੇ, ਉਹ ਬੜੇ ਚਿਰਾਂ ਤੋਂ ਹਾਸ਼ੀਏ ਤੇ, ਉਹ ਮੇਨ ਸਟ੍ਰੀਮ, ਉਹ ਮਤਲਬ ਬੀਜੇਪੀ ਦੀ ਵੌਇਸ ਨਹੀਂ ਹੈ ਹੁਣ। ਸੋ ਇਸ ਕਰਕੇ ਉਹਨਾਂ ਦਾ ਸਟੈਂਡ ਤੇ ਜੋ ਵੀ ਕਹਿ ਦੇਣ ਉਹ ਮਤਲਬ ਉਹ ਆਪਾਂ ਬੀਜੇਪੀ 'ਚ ਉਹ ਕੋਈ ਆਧਾਰ ਨਹੀਂ ਹੈ ਕਿ ਫੁੱਟ। ਪਰ ਉੱਦਾਂ ਇਹ ਜ਼ਰੂਰ ਹੈ ਕਿ ਬੀਜੇਪੀ ਨੂੰ ਨੁਕਸਾਨ ਬੜਾ ਹੋਣਾ ਹੈ ਜੇ ਉਹ ਇਸ ਇਸ਼ੂ ਨੂੰ ਪ੍ਰੋਪਰਲੀ ਹੈਂਡਲ ਨਹੀਂ ਕਰਦੇ, ਕਿਉਂਕਿ ਪਬਲਿਕ ਪਰਸੈਪਸ਼ਨ ਇਹੀ ਹੈਗੀ ਹੈ ਕਿ ਇਹ ਕੁੜੀਆਂ ਜਿਹੜੀਆਂ ਹੈਗੀਆਂ, ਜਿਨ੍ਹਾਂ ਨੂੰ ਆਪਾਂ ਧੀਆਂ ਧਿਆਣੀਆਂ ਵੀ ਕਹਿ ਦਿੰਦੇ, ਤੇ ਇਹਨਾਂ ਨਾਲ ਧੱਕਾ ਹੋਇਆ। ਤੇ ਇਹਨਾਂ ਨਾਲ ਜਿਸ ਢੰਗ ਨਾਲ ਸਰਕਾਰ ਨੂੰ ਸੁਹਿਰਦ ਢੰਗ ਨਾਲ ਇਸ ਮਸਲੇ ਨੂੰ ਨਜਿੱਠਣਾ ਚਾਹੀਦਾ ਸੀ, ਉਹ ਨਜਿੱਠਿਆ ਨਹੀਂ ਗਿਆ। ਔਰ ਇੱਕ ਇਹਦੇ ਵਿੱਚ ਨਾ ਕਈ ਕਿਸਮ ਦੀ ਜਿਹਨੂੰ ਕਾਸਟ ਪੋਲਿਟਿਕਸ ਵੀ ਆਉਂਦੀ ਆ, ਆਪਾਂ ਨੂੰ ਪਤਾ ਹੈ ਵੀ ਜਾਟ ਵਰਸਸ ਰਾਜਪੂਤ ਤੇ ਦੂਸਰੀਆਂ ਜਿਹੜੀਆਂ ਨੇ ਉਹ ਵੀ ਅੰਡਰ ਕਰੰਟ ਚੱਲ ਰਹੀਆਂ ਹੋਈਆਂ। ਪਰ ਉਹਦੇ ਬਾਵਜੂਦ ਮੈਂ ਕਹਿੰਦਾ ਕਿ ਬੀਜੇਪੀ ਨੂੰ ਇਸ ਗੱਲ ਦਾ ਅਹਿਸਾਸ ਜ਼ਰੂਰ ਹੈ ਕਿ ਇਸ ਮਸਲੇ ਦਾ ਹੱਲ ਕੋਈ ਲੱਭਣਾ ਪੈਣਾ। ਉਹਨਾਂ ਦੀ ਮਜਬੂਰੀ ਵੀ ਸਾਨੂੰ ਸਮਝ ਆਉਂਦੀ ਹੈ, ਕਿਉਂਕਿ ਉਹ ਜੋ ਉਹਨਾਂ ਦਾ ਯੂਪੀ ਦੇ ਵਿੱਚ ਗਣਤ ਹੈ, ਕਾਸਟ ਜਿਹਨੂੰ ਕੰਬੀਨੇਸ਼ਨਸ ਬਣੀਆਂ ਹੋਈਆਂ, ਉਹ ਅਟੈਕ ਹੋ ਰਹੀਆਂ ਹੋਈਆਂ। ਪਰ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਮੈਂ ਬਿਲਕੁਲ ਇਹ ਤੁਹਾਡੇ ਨਾਲ ਸਹਿਮਤ ਹਾਂ ਕਿ ਇਹ ਮਸਲਾ ਜੇ ਬੀਜੇਪੀ ਨੇ ਨਾ ਨਜਿੱਠਿਆ ਨਾ, ਤੇ ਇਹ ਕੈਲਕੂਲੇਸ਼ਨ ਸਾਰੀਆਂ ਧਰੀਆਂ ਰਹਿ ਜਾਂਦੀਆਂ ਨੇ। ਆਮ ਲੋਕਾਂ ਦੀ ਰਾਏ ਜਿਹੜੀ ਆ ਨਾ ਉਹ ਬੜੀ ਭਾਰੂ ਪਈ ਹੁੰਦੀ ਆ। ਆਮ ਮਾਨਸਿਕਤਾ ਦੇ ਵਿੱਚ ਇਹ ਜੋ ਸੁਨੇਹਾ ਹੈ ਨਾ ਉਹ ਇਹਨਾਂ ਪਹਿਲਵਾਨਾਂ ਦੇ ਹੱਕ ਵਿੱਚ ਹੈ, ਤੇ ਉਹ ਹੱਕ ਵਿੱਚ ਗਿਆ ਹੋਇਆ ਵੱਖ-ਵੱਖ ਸ਼ੋਬਿਆਂ ਦੇ ਲੋਕ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਹੋਏ ਹੈ। ਔਰ ਮੈਨੂੰ ਲੱਗਦਾ ਕਿ ਬੀਜੇਪੀ ਸ਼ਾਇਦ ਅੰਦਰ ਖਾਤੇ ਚਿੰਤਤ ਵੀ ਹੈ ਇਹਦਾ ਹੱਲ ਵੀ ਢੂੰਡਣ ਦੀ ਕੋਈ। ਜਿਸ ਤਰ੍ਹਾਂ ਤੁਸੀਂ ਦੇਖੋ ਜਿਹੜੇ ਮੰਤਰੀ ਹਨ ਨਾ, ਜਿਹੜੇ ਅਨੁਰਾਗ ਠਾਕਰ ਹੋਣੀ, ਉਹਨਾਂ ਦਾ ਬਿਆਨ ਇਹੀ ਆਉਂਦਾ ਹੈ ਕਿ ਤੁਸੀਂ ਵੇਟ ਕਰੋ, ਅਸੀਂ ਨਿਆਂ ਦਿਆਂਗੇ। ਸੋ ਇਹ ਮੈਨੂੰ ਲੱਗਦਾ ਹੈ ਕਿ ਉਹ ਕੋਸ਼ਿਸ਼ ਵੀ ਕਰਨਗੇ, ਯਤਨਸ਼ੀਲ ਵੀ ਹਨ ਕਿ ਇਹ ਮਸਲਾ ਨਜਿੱਠਿਆ ਜਾਏ। ਪਰ ਜੇ ਨਹੀਂ ਨਜਿੱਠਣਗੇ ਤੇ ਇਹ ਬੀਜੇਪੀ ਨੂੰ ਸਦਾਚਾਰਕ ਤੌਰ ਤੇ ਸਿਆਸੀ ਤੌਰ ਤੇ ਇਹ ਬਹੁਤ ਵੱਡਾ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਬਣ ਜਾਏਗੀ ਸੁਖਵਿੰਦਰ ਜੀ। ਸੋ ਮੈਨੂੰ ਲੱਗਦਾ ਕਿ ਇਹਨੂੰ ਫੌਰੀ ਤੌਰ ਤੇ ਬੀਜੇਪੀ, ਖਾਸ ਕਰਕੇ ਟਾਪ ਲੀਡਰਸ਼ਿਪ ਜਿਹੜੀ ਹੈ, ਉਹਨਾਂ ਨੂੰ ਦਖਲ ਅੰਦਾਜ਼ੀ ਕਰਕੇ ਇਹ ਮਸਲਾ ਨਜਿੱਠਣਾ ਚਾਹੀਦਾ। ਜੀ ਸੁਖਵਿੰਦਰ ਜੀ। ਬੀਜੇਪੀ ਦੇ ਜਿਹੜੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਪਹਿਲਵਾਨਾਂ ਨੇ ਲਾਏ ਨੇ, ਉਹ ਵੀ ਲਗਾਤਾਰ ਆਪਣੀ ਪਾਰਟੀ ਦੇ ਅੰਦਰ ਪ੍ਰੈਸ਼ਰ ਬਣਾ ਰਹੇ ਨੇ ਕਿ ਜੇ ਮੈਂ ਝੂਠਾ ਸਾਬਤ ਹੋਇਆ ਤੇ ਮੈਨੂੰ ਫਾਹੇ ਟੰਗ ਦਿਓ ਜਾਂ ਮੈਂ ਫਾਹਾ ਲੈ ਲਵਾਂਗਾ। ਇਸ ਕਿਸਮ ਦੇ ਉਹ ਲਗਾਤਾਰ ਉਹਨਾਂ ਦੇ ਵੀ ਬਿਆਨ ਸਾਹਮਣੇ ਆ ਰਹੇ ਨੇ। ਸੋ ਮੈਨੂੰ ਇਜਾਜ਼ਤ ਦਿਓ, ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਾਂ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਡਾਕਟਰ ਸਾਹਿਬ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ। ਹਾਂ, ਧੰਨਵਾਦ ਜੀ।